ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ, ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸਟੈਟ, ਸੀਟੈਟ, ਮਾਸਟਰਕੈਟ ਅਤੇ ਐਨਟੀਟੀ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਪੋਲੀਟੀਕਲ ਸਾਇੰਸ ਯਾਨੀ ਕਿ ਸਿਵਿਕਸ ਦੇ ਜਿਹੜੇ ਆਪਾਂ 50 MCQ ਹੋਰ ਡਿਸਕਸ ਕਰਾਂਗੇ। ਸੋ ਕੱਲ੍ਹ ਜਿਹੜੀ ਵੀਡੀਓ ਅਪਲੋਡ ਨਹੀਂ ਕਰ ਪਾਇਆ ਸੀ, ਸੋ ਅੱਜ ਉਹ ਕਲਾਸ ਆਪਾਂ ਜਿਹੜੀ ਅਪਲੋਡ ਕਰ ਰਹੇ ਹੈਗੇ ਹਾਂ। ਸੋ ਇਸ ਤੋਂ ਪਹਿਲਾਂ 7 ਪਾਰਟ ਜਿਹੜੇ ਆ ਉਹ ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ ਹੋ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਉਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਕਾਫੀ ਇੰਪੋਰਟੈਂਟ ਜਿਹੜੀ ਆਪਾਂ ਸੈਸ਼ਨ ਸ਼ੁਰੂ ਕੀਤੇ ਹੋਏ ਨੇ। ਸੋ ਇਸ ਤੋਂ ਪਹਿਲਾਂ ਜਿਹੜਾ ਹੈ ਮੋਸਟਲੀ ਆਪਾਂ ਸਾਰੇ ਇੰਪੋਰਟੈਂਟ ਕੁਐਸਚਨ ਇੱਕ ਵਾਰ ਰਿਵਾਈਜ਼ ਕਰ ਦਿੱਤੇ ਸੀ ਜੋ ਪੁੱਛੇ ਜਾਂਦੇ ਹੁੰਦੇ ਆ ਮੋਸਟਲੀ। ਹੁਣ ਆਪਾਂ ਜਿਹੜਾ ਸਿਲੇਬਸ ਦੇ ਅਕੋਰਡਿੰਗ ਸ਼ੁਰੂ ਕੀਤਾ ਹੋਇਆ ਹੈ। ਸੋ ਸਾਰੇ ਜਿਹੜੇ ਕੁਐਸਚਨ ਨੇ ਉਹ ਸੀਕੁਐਂਸ ਵਾਈਜ਼ ਹੀ ਚੱਲ ਰਹੇ ਨੇ, ਮੀਨਜ਼ 1-2 ਨੰਬਰਿੰਗ ਦੀ ਸੀਰੀਜ਼ ਦੇ ਅਕੋਰਡਿੰਗ ਚੱਲ ਰਹੇ ਹੈਗੇ ਨੇ, ਤਾਂ ਕਿ ਤੁਹਾਨੂੰ ਜਿਹੜਾ ਵੀਡੀਓ ਲੱਭਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ, ਤਾਂ ਤੁਸੀਂ ਈਜ਼ੀਲੀ ਜਿਹੜੀ ਹੈ ਉੱਥੋਂ ਨਾ ਫਾਈਂਡ ਕਰ ਸਕੋ। ਸੋ ਅੱਜ ਦਾ ਜਿਹੜਾ ਸਾਡਾ ਕੁਐਸਚਨ ਹੈ ਉਹ 51 ਨੰਬਰ ਤੋਂ ਸ਼ੁਰੂ ਹੋਊਗਾ। 351 350 ਕੁਐਸਚਨ ਇਸ ਤੋਂ ਪਹਿਲਾਂ ਕੰਪਲੀਟ ਹੋ ਚੁੱਕਿਆ ਹੈ ਪੋਲੀਟੀਕਲ ਸਾਇੰਸ ਦਾ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਮੇਨ, ਇਹਦੇ ਵਿੱਚ ਜਿਹੜੀ ਸੈਂਟਰ ਗੌਰਮੈਂਟ ਹੈ ਆਪਾਂ ਉਸ ਦੀ ਗੱਲ ਕਰਨੀ ਹੈਗੀ। ਠੀਕ ਹੈ, ਮੀਨਸ ਗੌਰਮੈਂਟ ਦੀਆਂ ਜਿਹੜੀਆਂ ਟਾਈਪਸ ਨੇ, ਕਿਹੜੇ ਉਸ 'ਤੇ ਅੰਗ ਹੁੰਦੇ ਨੇ, ਕੀ ਕੰਮ ਹੁੰਦੇ ਆ, ਕਿਹੜੀਆਂ ਚੀਜ਼ਾਂ ਦੇ ਵਿੱਚ ਇਨਕਲੂਡ ਨੇ, ਸਭ ਕੁਝ ਇਸ ਦੇ ਵਿੱਚ ਜਿਹੜਾ ਆ ਜਾਊਗਾ। ਤਾਂ ਕੇਂਦਰ ਸਰਕਾਰ ਦੇ ਜਿਹੜੇ ਉਹ ਕਿੰਨੇ ਅੰਗ ਹੁੰਦੇ ਨੇ, ਸਭ ਤੋਂ ਪਹਿਲਾ ਕੁਐਸਚਨ ਇਹ ਆ, ਅਤੇ ਤੁਹਾਨੂੰ ਇਹ ਕੁਐਸਚਨ ਦੀ ਵੀ ਸੰਭਾਵਨਾ ਕਾਫੀ ਰਹਿੰਦੀ ਹੈਗੀ ਕਿ ਪੁੱਛਣ ਦੀ। ਓਕੇ, ਤਾਂ ਕੇਂਦਰ ਸਰਕਾਰ, ਕਿਉਂਕਿ ਇਹ ਸਾਡਾ ਟੌਪਿਕ ਹੀ ਆਪਣਾ ਜਿਹੜਾ ਸ਼ੁਰੂ ਕੀਤਾ ਹੈ ਗਵਰਨਮੈਂਟ ਕੀਤਾ ਹੈ, ਤਾਂ ਇਹਦੇ ਵਿੱਚ ਸੈਂਟਰ ਗੌਰਮੈਂਟ, ਸਟੇਟ ਗੌਰਮੈਂਟ ਅਤੇ ਉਹਨਾਂ ਦੇ ਸਾਰੇ ਅੰਗ ਕੀ ਉਹਦੇ ਵਿੱਚ ਹੈ, A to Z ਰਾਸ਼ਟਰਪਤੀ ਨੂੰ ਲੈ ਕੇ ਸਾਰਾ ਕੁਝ ਇਨਕਲੂਡ ਹੁੰਦਾ ਹੈ। ਸੋ ਹਰ ਇੱਕ ਚੀਜ਼ ਨੂੰ ਆਪਾਂ ਇਸ ਪਾਰਟ ਦੇ ਵਿੱਚ ਡਿਸਕਸ ਕਰਾਂਗੇ, ਬਟ ਅੱਜ ਵਾਲੇ ਦੇ ਵਿੱਚ 50 ਜਿਹੜੇ MCQ ਹੀ ਹੋਣਗੇ। ਓਕੇ, ਤਾਂ ਫਸਟ ਹੈ ਜੀ, ਕੇਂਦਰੀ ਸਰਕਾਰ ਦੇ ਕਿੰਨੇ ਅੰਗ ਹੁੰਦੇ ਨੇ। ਕੇਂਦਰੀ ਸਰਕਾਰ ਦੇ 3 ਅੰਗ ਹੁੰਦੇ ਨੇ। ਜਿਹੜੀ ਸੈਂਟਰ ਗੌਰਮੈਂਟ ਆ ਉਹਦੇ ਵਿੱਚ 3 ਚੀਜ਼ਾਂ ਜਿਹੜੀਆਂ ਕੰਮ ਕਰਦੀਆਂ ਹੈਗੀਆਂ ਨੇ। ਇੱਕ ਹੈ ਵਿਧਾਨ ਪਾਲਿਕਾ, ਦੂਜੀ ਹੈ ਕਾਰਜਪਾਲਿਕਾ ਅਤੇ ਤੀਜੀ ਹੈ ਨਿਆਂਪਾਲਿਕਾ। ਇਹਨਾਂ 3 ਅੰਗਾਂ ਤੋਂ ਮਿਲ ਕੇ ਬਣਦੀ ਹੈ ਜੀ ਕੇਂਦਰ ਸਰਕਾਰ। ਜਿਹੜੀ ਵਿਧਾਨ ਪਾਲਿਕਾ ਹੈ ਇਹਦਾ ਕੰਮ ਹੈ ਕਾਨੂੰਨ ਬਣਾਉਣ ਦਾ, ਕਾਰਜਪਾਲਿਕਾ ਇਹਦਾ ਕੰਮ ਹੈ ਕਾਨੂੰਨ ਨੂੰ ਲਾਗੂ ਕਰਾਉਣਾ, ਅਤੇ ਤੀਸਰੀ ਹੈ ਨਿਆਂਪਾਲਿਕਾ, ਇਹਦਾ ਕੰਮ ਹੈ ਕਾਨੂੰਨ ਦੇ ਅਨੁਸਾਰ ਨਿਆਂ ਕਰਨਾ। ਠੀਕ ਹੈ, ਤਾਂ ਇਹ 3 ਚੀਜ਼ਾਂ ਮਿਲ ਕੇ ਜਿਹੜੀਆਂ ਨੇ ਸੈਂਟਰ ਗੌਰਮੈਂਟ ਦਾ ਜਿਹੜੀ ਹੈ ਪੂਰੇ ਦੇ ਪੂਰੇ ਨੂੰ ਜਿਹੜਾ ਹੈ ਪ੍ਰਬੰਧ ਨੂੰ ਚਲਾਉਂਦੀ ਹੈ। ਤਿੰਨੋਂ ਚੀਜ਼ਾਂ ਜਿਹੜੀਆਂ ਉਹ ਸਾਡੀ ਗੌਰਮੈਂਟ ਦੇ ਲਈ ਜ਼ਰੂਰੀ ਹੈਗੀਆਂ ਨੇ। ਨੈਕਸਟ ਹੈ ਜੀ, ਵਿਧਾਨ ਪਾਲਿਕਾ ਦੇ ਵਿੱਚ ਸ਼ਾਮਲ ਹੈ ਜੋ ਕਿ ਕੇਂਦਰੀ ਸਰਕਾਰ ਦਾ ਪਹਿਲਾ ਪਾਰਟ ਹੈ। ਤਾਂ ਵਿਧਾਨ ਪਾਲਿਕਾ ਦੇ ਵਿੱਚ ਕਿਹੜੀਆਂ ਪਰਸਨੈਲਿਟੀਆਂ ਜਿਹੜੀਆਂ ਉਹ ਸ਼ਾਮਲ ਹੁੰਦੀਆਂ ਨੇ। ਓਕੇ, ਤਾਂ ਵਿਧਾਨ ਪਾਲਿਕਾ ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ, ਇਹ ਦੋਨੋਂ ਹੀ ਸਦਨ ਜਿਹੜੇ ਆ ਇਹ ਵਿਧਾਨ ਪਾਲਿਕਾ ਦੇ ਵਿੱਚ ਹੁੰਦੇ ਨੇ, ਜਿਹਦਾ ਕੰਮ ਕੀ ਹੈ, ਕਾਨੂੰਨ ਬਣਾਉਣਾ। ਓਕੇ, ਅਤੇ ਇਹਨਾਂ ਦੋਨਾਂ ਦੇ ਸਦਨਾਂ ਨੂੰ ਯਾਨੀ ਕਿ ਲੋਕ ਸਭਾ ਅਤੇ ਰਾਜ ਸਭਾ ਨੂੰ ਕਿਹਾ ਜਾਂਦਾ ਹੈ ਸੰਸਦ। ਇਹਨਾਂ ਦੋਨਾਂ ਦੇ ਮਿਲੇ ਹੋਏ ਰੂਪ ਨੂੰ ਕਿਹਾ ਜਾਂਦਾ ਹੈ ਸੰਸਦ, ਕਿਉਂਕਿ ਇਹ ਦੋਨੋਂ ਹੀ ਜਿਹੜੇ ਸਦਨ ਨੇ ਮਿਲ ਕੇ ਕਿਸੇ ਵੀ ਕਾਨੂੰਨ ਦਾ ਜਿਹੜਾ ਨਿਰਮਾਣ ਕਰਦੇ ਨੇ। ਪਹਿਲਾਂ ਲੋਕ ਸਭਾ ਦੇ ਵਿੱਚ ਕਾਨੂੰਨ ਜਾਂਦਾ ਹੈ, ਫਿਰ ਰਾਜ ਸਭਾ ਦੇ ਵਿੱਚ ਜਾਂਦਾ, ਫਿਰ ਇਸ ਤੋਂ ਬਾਅਦ ਰਾਸ਼ਟਰਪਤੀ ਦੇ ਦੁਆਰਾ ਉਸ ਨੂੰ ਪਾਸ ਕਰਵਾਇਆ ਜਾਂਦਾ ਹੈ। ਨੈਕਸਟ ਹੈ, ਵਿਧਾਨ ਪਾਲਿਕਾ ਦਾ ਕੰਮ ਕੀ ਹੈ। ਸੋ ਵਿਧਾਨ ਪਾਲਿਕਾ ਦਾ ਪ੍ਰਮੁੱਖ ਕੰਮ ਹੈ ਭਾਰਤ ਵਾਸੀਆਂ ਦੇ ਲਈ ਜਾਂ ਪੂਰੇ ਦੇਸ਼ ਦੇ ਲਈ ਜਿਹੜਾ ਵੱਖ-ਵੱਖ ਕਾਨੂੰਨ ਬਣਾਉਣਾ। ਸੋ ਇਹ ਜ਼ਿੰਮੇਵਾਰੀ ਹੈ ਜੀ ਵਿਧਾਨ ਪਾਲਿਕਾ ਦੀ, ਜੋ ਕਿ ਕੇਂਦਰੀ ਸਰਕਾਰ ਦਾ ਪਹਿਲਾ ਅੰਗ ਹੈ। ਨੈਕਸਟ ਹੈ ਜੀ, ਕਾਰਜਪਾਲਿਕਾ ਦੇ ਵਿੱਚ ਸ਼ਾਮਲ ਹੈ। ਤਾਂ ਕਾਰਜਪਾਲਿਕਾ ਦੇ ਵਿੱਚ ਕਿਹੜੀਆਂ ਪਰਸਨੈਲਿਟੀਆਂ ਜਾਂ ਕਿਹੜੇ ਵਿਅਕਤੀ ਸ਼ਾਮਲ ਨੇ। ਤਾਂ ਕਾਰਜਪਾਲਿਕਾ ਦੇ ਵਿੱਚ ਸ਼ਾਮਲ ਹੈ ਜੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੰਤਰੀ ਪਰਿਸ਼ਦ। ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨੇ, ਇਹਨਾਂ ਤਿੰਨਾਂ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ ਸਾਡੇ ਭਾਰਤ ਦੀ ਕਾਰਜਪਾਲਿਕਾ, ਜਿਹਦਾ ਕੰਮ ਕੀ ਹੈ ਕਿ ਜਿਹੜੇ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਲਾਗੂ ਕਰਾਉਣ ਦਾ ਕੰਮ। ਠੀਕ ਹੈ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ। ਨੈਕਸਟ ਹੈ ਜੀ ਅਸਲੀ ਕਾਰਜਪਾਲਿਕਾ। ਹੁਣ ਦੇਖੋ, ਇੱਕ ਕਾਰਜਪਾਲਿਕਾ ਆਪਾਂ ਇੱਥੇ ਕੀਤੀ ਹੈ ਕਿ ਕਾਰਜਪਾਲਿਕਾ ਦੇ ਵਿੱਚ ਸ਼ਾਮਲ ਕੀ ਹੁੰਦਾ ਹੈ। ਇੱਕ ਤਾਂ ਰਾਸ਼ਟਰਪਤੀ ਹੁੰਦਾ ਹੈ, ਇੱਕ ਪ੍ਰਧਾਨ ਮੰਤਰੀ ਹੁੰਦਾ ਹੈ, ਇੱਕ ਮੰਤਰੀ ਪਰਿਸ਼ਦ ਹੁੰਦਾ ਹੈ। ਇਹ ਤਿੰਨੋਂ ਚੀਜ਼ਾਂ ਮਿਲ ਕੇ ਬਣਾਉਂਦੀਆਂ ਨੇ ਕਾਰਜਪਾਲਿਕਾ। ਫਿਰ ਕਾਰਜਪਾਲਿਕਾ ਵੀ ਜਿਹੜੀ ਹੈ ਉਹ 2 ਪਾਰਟਸ ਦੇ ਵਿੱਚ ਹੋ ਜਾਂਦੀ ਹੈ, ਇੱਕ ਨਾਮਾਤਰ ਕਾਰਜਪਾਲਿਕਾ, ਇੱਕ ਅਸਲੀ ਕਾਰਜਪਾਲਿਕਾ। ਇੱਥੇ ਕੁਐਸਚਨ ਪੁੱਛਿਆ ਗਿਆ ਹੈ ਕਿ ਅਸਲੀ ਕਾਰਜਪਾਲਿਕਾ ਕਿਸ ਨੂੰ ਕਿਹਾ ਜਾਂਦਾ ਹੈ। ਇਹ ਸਾਰੇ 3 ਅੰਗ ਕਾਰਜਪਾਲਿਕਾ ਨੇ, ਅਤੇ ਇਹਨਾਂ ਦੇ ਵਿੱਚੋਂ ਮੰਤਰੀ ਪਰਿਸ਼ਦ ਜਿਹੜਾ ਹੈ ਉਹ ਅਸਲੀ ਕਾਰਜਪਾਲਿਕਾ ਹੁੰਦਾ ਹੈ। ਓਕੇ, ਕਿਉਂਕਿ ਸੰਵਿਧਾਨ ਦੀਆਂ ਜਿੰਨੀਆਂ ਵੀ ਸ਼ਕਤੀਆਂ ਨੇ
ਇਹਨਾਂ ਦਾ ਇਸਤੇਮਾਲ ਜਿਹੜਾ ਹੈ ਉਹ ਮੰਤਰੀ ਪਰਿਸ਼ਦ ਕਰਦੀ ਹੈਗੀ। ਠੀਕ ਹੈ, ਸੋ ਇਸ ਕਰਕੇ ਇਸੇ ਨੂੰ ਹੀ ਅਸਲੀ ਕਾਰਜਪਾਲਿਕਾ ਕਿਹਾ ਜਾਂਦਾ ਹੈ। ਇੱਕ ਪੁਆਇੰਟ ਹੋਰ ਯਾਦ ਕਰ ਲੈਣਾ ਕਿ ਜਿਹੜੀ ਮੰਤਰੀ ਪਰਿਸ਼ਦ ਹੁੰਦੀ ਹੈ ਇਹਦਾ ਮੁਖੀ ਜਿਹੜਾ ਹੁੰਦਾ ਹੈ ਉਹ ਪ੍ਰਧਾਨ ਮੰਤਰੀ ਹੁੰਦਾ ਹੈ, ਜਿਹਨੂੰ ਅਸੀਂ ਪੀਐਮ ਕਹਿ ਦਿੰਦੇ ਹੈਗੇ। ਓਕੇ, ਪੀਐਮ ਜਿਹੜਾ ਹੈ, ਪ੍ਰਾਈਮ ਮਿਨਿਸਟਰ ਜਿਹੜਾ ਹੈ, ਉਹ ਮੰਤਰੀ ਪਰਿਸ਼ਦ ਦਾ ਹੈੱਡ ਹੁੰਦਾ ਹੈਗਾ। ਨੈਕਸਟ ਹੈ ਨਾ ਮਾਤਰ ਕਾਰਜਪਾਲਿਕਾ। ਇਹ ਅਸਲੀ ਕਾਰਜਪਾਲਿਕਾ ਹੈ, ਯਾਨੀ ਕਿ ਜਿਹੜੀਆਂ ਸੰਵਿਧਾਨ ਦੀਆਂ ਸ਼ਕਤੀਆਂ ਨੇ ਉਹਨਾਂ ਨੂੰ ਇਸਤੇਮਾਲ ਕਰ ਸਕਦੀ ਹੈ ਮੰਤਰੀ ਪਰਿਸ਼ਦ। ਠੀਕ ਹੈ, ਅਤੇ ਇਹਦਾ ਪ੍ਰਧਾਨ ਕੌਣ ਹੁੰਦਾ ਹੈ? ਪੀਐਮ, ਪ੍ਰਾਈਮ ਮਿਨਿਸਟਰ। ਸੋ ਅਗਲਾ ਕੁਐਸਚਨ ਹੈ ਨਾ ਮਾਤਰ ਕਾਰਜਪਾਲਿਕਾ ਕਿਸ ਨੂੰ ਕਿਹਾ ਜਾਂਦਾ ਹੈ? ਨਾ ਮਾਤਰ ਕਾਰਜਪਾਲਿਕਾ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਹੁੰਦਾ ਕੀ ਹੈ। ਨਾ ਮਾਤਰ ਕਾਰਜਪਾਲਿਕਾ ਉਹ ਹੁੰਦੀ ਹੈ ਕਿ ਸੰਵਿਧਾਨ ਨੇ ਜਿਹੜੀਆਂ ਹੈ ਸ਼ਕਤੀਆਂ ਤਾਂ ਉਸ ਵਿਅਕਤੀ ਨੂੰ ਸਾਰੀਆਂ ਦੇ ਦਿੱਤੀਆਂ ਨੇ, ਬਟ ਉਹ ਵਿਅਕਤੀ ਜਿਹੜਾ ਹੈ ਇਹਨਾਂ ਸ਼ਕਤੀਆਂ ਦਾ ਇਸਤੇਮਾਲ ਨਹੀਂ ਕਰ ਸਕਦਾ। ਤਾਂ ਉਹ ਵਿਅਕਤੀ ਭਾਰਤ ਦੇ ਵਿੱਚ ਕਿਹੜਾ ਹੈ? ਸੋ ਭਾਰਤ ਦੇ ਵਿੱਚ ਹੈ ਵਿਅਕਤੀ ਜੀ ਰਾਸ਼ਟਰਪਤੀ। ਸੋ ਰਾਸ਼ਟਰਪਤੀ ਨੂੰ ਸੰਵਿਧਾਨ ਨੇ ਸਾਰੀਆਂ ਸ਼ਕਤੀਆਂ ਦਿੱਤੀਆਂ ਹੋਈਆਂ ਨੇ, ਬਟ ਉਹ ਇਹਨਾਂ ਸ਼ਕਤੀਆਂ ਦਾ ਇਸਤੇਮਾਲ ਨਹੀਂ ਕਰ ਸਕਦਾ। ਠੀਕ ਹੈ ਜੀ, ਤਾਂ ਇਹਨਾਂ ਸ਼ਕਤੀਆਂ ਦਾ ਇਸਤੇਮਾਲ ਕਰਨ ਦੇ ਲਈ ਫਿਰ ਉਹ ਕਿਸ ਦੀ ਮਦਦ ਲੈਂਦਾ ਜੀ? ਮੰਤਰੀ ਪਰਿਸ਼ਦ ਦੀ। ਠੀਕ ਹੈ, ਯਾਨੀ ਕਿ ਰਾਸ਼ਟਰਪਤੀ ਆਪਣੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਪਰਿਸ਼ਦ ਦੀ ਮਦਦ ਦੇ ਨਾਲ ਕਰਦਾ ਹੈ। ਤੇ ਇਸੇ ਕਰਕੇ ਹੀ ਅਸੀਂ ਭਾਰਤ ਦੇ ਰਾਸ਼ਟਰਪਤੀ ਨੂੰ ਨਾ ਮਾਤਰ ਕਾਰਜਪਾਲਿਕਾ ਕਹਿੰਦੇ ਹਾਂ। ਅਤੇ ਰਾਸ਼ਟਰਪਤੀ ਜਿਹੜਾ ਹੈ ਉਹ ਭਾਰਤ ਦਾ ਪਹਿਲਾ ਨਾਗਰਿਕ ਹੁੰਦਾ ਹੈ ਅਤੇ ਉਪ ਰਾਸ਼ਟਰਪਤੀ ਜਿਹੜਾ ਹੈ ਉਹ ਭਾਰਤ ਦਾ ਦੂਸਰਾ ਨਾਗਰਿਕ ਹੁੰਦਾ ਹੈ। ਨੈਕਸਟ ਹੈ ਜੀ ਨਿਆਂਪਾਲਿਕਾ ਦੇ ਵਿੱਚ ਸ਼ਾਮਲ ਹੈ ਜੀ। ਸੋ ਨਿਆਂਪਾਲਿਕਾ ਦਾ ਮੁੱਖ ਕੰਮ ਹੈ ਨਿਆਂ ਕਰਨਾ। ਠੀਕ ਹੈ, ਕਾਨੂੰਨ ਦੇ ਅਨੁਸਾਰ ਲੋਕਾਂ ਨੂੰ ਨਿਆਂ ਪ੍ਰੋਵਾਈਡ ਕਰਨਾ। ਤਾਂ ਨਿਆਂਪਾਲਿਕਾ ਦੇ ਵਿੱਚ ਇੱਕੋ ਹੀ ਅੰਗ ਪ੍ਰਮੁੱਖ ਹੈ, ਉਹ ਹੈ ਜੀ ਸੁਪਰੀਮ ਕੋਰਟ। ਠੀਕ ਹੈ, ਜਿਹਨੂੰ ਸਰਵਉੱਚ ਅਦਾਲਤ ਕਹਿ ਦਿੰਦੀ ਹੈ, ਜਿਹੜੀ ਕਿ ਦਿੱਲੀ ਦੇ ਵਿੱਚ ਸਥਿਤ ਹੈ। ਸਾਡੇ ਭਾਰਤ ਦੀ ਸਭ ਤੋਂ ਸਰਵਉੱਚ ਅਦਾਲਤ, ਜਿਹੜੀ ਸਭ ਤੋਂ ਉੱਚੀ ਅਦਾਲਤ ਹੈਗੀ। ਓਕੇ, ਇਸ ਨੂੰ ਸੁਪਰੀਮ ਕੋਰਟ ਕਿਹਾ ਜਾਂਦਾ ਹੈ, ਜਿਹਦਾ ਮੁੱਖ ਕੰਮ ਹੈ ਕਾਨੂੰਨ ਦੇ ਅਨੁਸਾਰ ਨਿਆਂ ਕਰਨਾ। ਨੈਕਸਟ ਹੈ ਜੀ ਲੋਕ ਸਭਾ ਦੇ ਵੱਧ ਤੋਂ ਵੱਧ ਮੈਂਬਰ ਕਿੰਨੇ ਹਨ? ਸੋ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਇੱਕ ਪੱਕਾ ਹੀ ਆਵੇਗਾ, ਚਾਹੇ ਲੋਕ ਸਭਾ ਦੇ ਪੁੱਛ ਲੈਣ ਤੇ ਚਾਹੇ ਰਾਜ ਸਭਾ ਦੇ ਪੁੱਛ ਲੈਣ। ਓਕੇ, ਇਹ 100% ਜਿਹੜੀ ਸੰਭਾਵਨਾ ਹੈ, ਚਾਹੇ ਉਹਦੀ ਜਿਹੜਾ ਕਹਿ ਸਕਦੇ ਹਾਂ ਮੈਂਬਰ ਬਣਦੀ ਏਜ ਪੁੱਛ ਲੈਣ ਤੇ ਚਾਹੇ ਉਹਦੇ ਮੈਂਬਰਾਂ ਦੀ ਗਿਣਤੀ ਪੁੱਛ ਲੇ, ਕੋਈ ਵੀ ਕੁਐਸਚਨ ਤੁਹਾਨੂੰ ਆ ਸਕਦਾ ਹੈ। ਤਾਂ ਲੋਕ ਸਭਾ ਦੇ ਵੱਧ ਤੋਂ ਵੱਧ ਮੈਂਬਰ ਪੁੱਛੇ ਗਏ ਨੇ। ਤਾਂ ਵੱਧ ਤੋਂ ਵੱਧ ਮੈਂਬਰ ਜਿਹੜੇ ਨੇ ਤੇ ਵਰਤਮਾਨ ਸਮੇਂ ਮੈਂਬਰ ਜਿਹੜੇ ਨੇ, ਇਹਨਾਂ 'ਚ ਤੁਸੀਂ ਪੱਕਾ ਕਨਫਿਊਜ਼ ਹੁੰਦੇ ਹੋ, ਹਰ ਵਾਰੀ ਹੁੰਦੇ ਹੋ। ਠੀਕ ਹੈ, ਤਾਂ ਇਸ ਚੀਜ਼ ਨੂੰ ਪੱਕੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਰੱਟ ਲੈਣਾ ਹੈ ਕਿ ਲੋਕ ਸਭਾ ਦੇ ਜਿਹੜੇ ਵਰਤਮਾਨ ਸਮੇਂ ਵੱਧ ਤੋਂ ਵੱਧ ਮੈਂਬਰ ਨੇ, ਵਰਤਮਾਨ ਸਮੇਂ ਵੱਧ ਤੋਂ ਵੱਧ ਮੈਂਬਰ ਨੇ ਜਿਹੜੇ ਉਹ 550 ਨੇ। ਇਹ ਪਹਿਲਾਂ ਜਿਹੜੇ ਸੀਗੇ 552 ਹੁੰਦੇ ਸੀਗੇ, ਇਹ ਵੀ ਯਾਦ ਰੱਖ ਲੈਣਾ। ਠੀਕ ਹੈ, ਕਦੋਂ ਤੋਂ? 2020 ਤੋਂ ਪਹਿਲਾਂ ਇਹ 552 ਹੁੰਦੇ ਸੀਗੇ, ਬਟ 2 ਮੈਂਬਰ ਇਹਦੇ ਵਿੱਚੋਂ ਰਿਮੂਵ ਕਰ ਦਿੱਤੇ ਨੇ, ਐਂਗਲੋ ਇੰਡੀਅਨ ਵਾਲੇ, ਜੋ ਅੱਗੇ ਤੁਹਾਨੂੰ ਕੁਐਸਚਨ 'ਚ ਪਤਾ ਲੱਗ ਜਾਵੇਗਾ। ਓਕੇ, ਤਾਂ ਹੁਣ ਵਰਤਮਾਨ ਸਮੇਂ ਵੱਧ ਤੋਂ ਵੱਧ ਮੈਂਬਰ ਜਿਹੜੇ ਚੁਣੇ ਜਾ ਸਕਦੇ ਹੈਗੇ ਨੇ, ਉਹਨਾਂ ਦੀ ਗਿਣਤੀ 550 ਹੈਗੀ। ਨੈਕਸਟ ਕੁਐਸਚਨ ਹੈ ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਹੈ? ਤਾਂ ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ ਦਾ ਮਤਲਬ ਹੈ ਕਿ ਵਰਤਮਾਨ ਸਮੇਂ ਲੋਕ ਸਭਾ ਦੇ ਮੈਂਬਰ ਕਿੰਨੇ ਨੇ। ਵੱਧ ਤੋਂ ਵੱਧ ਤਾਂ 550 ਹੋ ਗਏ, ਚੁਣੇ ਜਾ ਸਕਦੇ ਨੇ, ਬਟ ਜ਼ਰੂਰੀ ਨਹੀਂ ਕਿ 550 ਹੀ ਚੁਣਨੇ ਨੇ, ਘੱਟ ਵੀ ਹੋ ਸਕਦੇ ਨੇ। ਤੇ ਇਸੇ ਤਰੀਕੇ ਦੇ ਨਾਲ ਸਾਨੂੰ ਐਗਜ਼ਾਮਪਲ ਦੇਖਣ ਨੂੰ ਮਿਲਦੀ ਹੈ ਕਿ ਲੋਕ ਸਭਾ ਦੇ ਵਰਤਮਾਨ ਸਮੇਂ ਜਿਹੜੇ ਮੈਂਬਰ ਨੇ ਉਹ 543 ਨੇ। 2 ਮੈਂਬਰ ਇਹਨਾਂ ਦੇ ਵਿੱਚੋਂ ਰਿਮੂਵ ਕਰ ਦਿੱਤੇ ਨੇ, ਜੋ ਐਂਗਲੋ ਇੰਡੀਅਨ ਦੇ ਸੀ, ਜਿਹੜੇ ਕਿ ਰਾਸ਼ਟਰਪਤੀ ਦੇ ਦੁਆਰਾ ਚੁਣੇ ਜਾਂਦੇ ਹੁੰਦੇ ਸੀਗੇ। ਨੈਕਸਟ ਹੈ ਜੀ ਲੋਕ ਸਭਾ ਦੇ ਵਿੱਚ ਕਿੰਨੇ ਮੈਂਬਰ ਜਿਹੜੇ ਹੈ ਰਾਸ਼ਟਰਪਤੀ ਦੇ ਦੁਆਰਾ ਚੁਣੇ ਜਾਂਦੇ ਹਨ? ਸੋ ਹੁਣੇ ਦੱਸਿਆ ਹੈ। ਠੀਕ ਹੈ, 2 ਮੈਂਬਰ ਹੁੰਦੇ ਸੀ ਪਹਿਲਾਂ, ਬਟ ਵਰਤਮਾਨ ਸਮੇਂ ਕੋਈ ਮੈਂਬਰ ਜਿਹੜਾ ਹੈ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦੇ ਦੁਆਰਾ ਨਹੀਂ ਚੁਣਿਆ ਜਾਂਦਾ, ਕਿਉਂਕਿ ਇਹਦੇ ਵਿੱਚ 104 ਨੰਬਰ ਸੋਧ ਦੇ ਰਾਹੀਂ ਜਿਹੜੀ 25 ਜਨਵਰੀ 2020 ਨੂੰ ਹੋਈ ਸੀ, ਉਹਦੇ ਵਿੱਚੋਂ 2 ਐਂਗਲੋ ਇੰਡੀਅਨ ਮੈਂਬਰ ਜਿਹੜੇ ਸੀਗੇ ਉਹ ਹਟਾ ਦਿੱਤੇ ਗਏ ਨੇ। ਇਸ ਕਰਕੇ ਹੁਣ ਰਾਸ਼ਟਰਪਤੀ ਕੋਲੇ ਕੋਈ ਅਧਿਕਾਰ ਨਹੀਂ ਕਿ ਉਹ ਲੋਕ ਸਭਾ ਦਾ ਕੋਈ ਮੈਂਬਰ ਚੁਣ ਸਕੇ। ਹੁਣ ਲੋਕਾਂ ਦੁਆਰਾ ਚੁਣੇ ਹੋਏ ਮੈਂਬਰ ਜਿਹੜੇ ਆ ਉਹ 543 ਬਣਦੇ ਹੈਗੇ ਨੇ। ਨੈਕਸਟ ਹੈ ਹੇਠਲਾ ਸਦਨ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਹੇਠਲਾ ਸਦਨ ਜਿਹੜਾ ਹੈ ਉਹ ਲੋਕ ਸਭਾ ਨੂੰ ਕਿਹਾ ਜਾਂਦਾ ਹੈ ਅਤੇ ਉੱਪਰਲਾ ਸਦਨ ਜਿਹੜਾ ਹੈ ਉਹ ਰਾਜ ਸਭਾ ਨੂੰ ਕਿਹਾ ਜਾਂਦਾ ਹੈਗਾ। ਨੈਕਸਟ ਕੁਐਸਚਨ ਹੈ ਜੀ 61 ਨੰਬਰ ਲੋਕ ਸਭਾ ਦਾ ਮੈਂਬਰ ਬਣਨ ਦੇ ਲਈ ਕਿੰਨੀ ਉਮਰ ਨਿਸ਼ਚਿਤ ਕੀਤੀ ਗਈ ਹੈ? ਕਿੰਨੇ ਸਾਲ ਦੀ ਜਿਹੜੀ ਉਮਰ ਹੈ ਉਹ ਨਿਸ਼ਚਿਤ ਕੀਤੀ ਗਈ ਹੈ? ਇੱਥੇ ਇਹ ਚੀਜ਼ ਜ਼ਰੂਰ ਧਿਆਨ 'ਚ ਰੱਖਿਓ ਕਿ ਘੱਟ ਤੋਂ ਘੱਟ ਉਮਰ ਹੁੰਦੀ ਹੈ, ਕਿ ਘੱਟ ਤੋਂ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਜੇਕਰ ਕੋਈ ਵਿਅਕਤੀ ਲੋਕ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਲੋਅਰ ਚੈਂਬਰ ਦਾ। ਤਾਂ ਉਹਦੇ ਲਈ 25 ਸਾਲ ਦੀ ਉਮਰ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਹੈ। ਜਿਹੜਾ ਵੀ ਵਿਅਕਤੀ 25 ਸਾਲ ਤੋਂ ਵੱਧ ਦਾ ਹੈ ਉਹ ਲੋਕ ਸਭਾ ਦੀ ਚੋਣ ਆਰਾਮ ਨਾਲ ਲੜ ਸਕਦਾ ਹੈ, ਬਟ ਉਹਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ। ਨੈਕਸਟ ਹੈ ਜੀ ਤੇ ਭਾਰਤ ਦਾ ਨਾਗਰਿਕ ਵੀ ਹੋਣਾ ਚਾਹੀਦਾ ਹੈ। ਇਹ ਚੀਜ਼ ਵੀ ਯਾਦ ਰੱਖਣੀ ਹੈ ਕਿਉਂਕਿ ਸਿਰਫ ਭਾਰਤ ਦਾ ਨਾਗਰਿਕ ਹੀ ਚੋਣ ਲੜ ਸਕਦਾ ਹੈ, ਹੋਰ ਨਹੀਂ ਲੜ ਸਕਦਾ ਭਾਰਤ ਦੇ ਵਿੱਚ। ਨੈਕਸਟ ਹੈ ਲੋਕ ਸਭਾ ਦੇ ਕਿੰਨੇ ਮੈਂਬਰ ਰਾਜਾਂ ਦੇ ਵਿੱਚੋਂ ਲਏ ਜਾਂਦੇ ਹੈਗੇ ਨੇਗੇ? ਰਾਜਾਂ ਦੇ ਵਿੱਚੋਂ ਕਿੰਨੇ ਮੈਂਬਰ ਜਿਹੜੇ ਆ ਉਹ ਲਏ ਜਾਂਦੇ ਹੈਗੇ ਨੇਗੇ? ਟੋਟਲ ਕਿੰਨੇ ਸੀਗੇ ਆਪਾਂ ਗੱਲ ਕੀਤੀ? 550। ਠੀਕ ਹੈ, ਤਾਂ ਇਹਨਾਂ ਦੇ ਵਿੱਚ ਕੁਝ ਵੰਡੇ ਹੋਏ ਹੈਗੇ ਨੇਗੇ ਕਿ 530 ਮੈਂਬਰ ਜਿਹੜੇ ਹੈਗੇ
ਉਹ ਰਾਜਾਂ ਦੇ ਵਿੱਚੋਂ ਹੁੰਦੇ ਹੈਗੇ ਨੇਗੇ ਅਤੇ 20 ਮੈਂਬਰ ਜਿਹੜੇ ਆ ਉਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਯੂਨੀਅਨ ਟੈਰੀਟਰੀ ਦੇ ਵਿੱਚੋਂ ਹੁੰਦੇ ਹੈਗੇ ਨੇਗੇ। ਓਕੇ, ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ 530 ਮੈਂਬਰ ਜਿਹੜੇ ਆ ਉਹ ਰਾਜਾਂ ਦੇ ਵਿੱਚੋਂ ਲਏ ਜਾਂਦੇ ਹੈਗੇ ਨੇਗੇ ਅਤੇ 20 ਮੈਂਬਰ ਜਿਹੜੇ ਆ ਉਹ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚੋਂ ਲਏ ਜਾਂਦੇ ਨੇ। ਠੀਕ ਹੈ, ਇੱਕ ਚੀਜ਼ ਹੋਰ ਯਾਦ ਕਰ ਲੈਣਾ ਕਿ ਵਰਤਮਾਨ ਸਮੇਂ ਜਿਹੜੇ ਰਾਜ ਆ ਉਹ 28 ਹੋ ਚੁੱਕੇ ਹੈਗੇ ਨੇ ਅਤੇ ਯੂਨੀਅਨ ਟੈਰੀਟਰੀ ਜਿਹੜੀਆਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹ 8 ਹੋ ਚੁੱਕੀਆਂ ਹੈਗੀਆਂ ਨੇ। ਨੈਕਸਟ ਹੈ ਜੀ, ਲੋਕ ਸਭਾ ਦੇ ਮੈਂਬਰਾਂ ਨੂੰ ਚੁਣਿਆ ਜਾਂਦਾ ਹੈ, ਕਿਸ ਦੇ ਦੁਆਰਾ ਚੁਣਿਆ ਜਾਂਦਾ ਹੈ ਜੀ, ਪੁੱਛਿਆ ਗਿਆ ਇੱਥੇ। ਤਾਂ ਲੋਕਾਂ ਦੇ ਦੁਆਰਾ ਚੁਣਿਆ ਜਾਂਦਾ ਹੈ। ਡਾਇਰੈਕਟ ਵੇ ਦੇ ਨਾਲ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਨੇ ਉੱਥੇ ਜਿਹੜੀ ਵੋਟਿੰਗ ਪਾਈ ਜਾਂਦੀ ਹੈ, ਵੋਟਿੰਗ ਦੇ ਆਧਾਰ ਦੇ ਉੱਪਰ ਜਿਹੜਾ ਹੈ ਲੋਕ ਸਭਾ ਦੇ ਮੈਂਬਰਾਂ ਨੂੰ ਚੁਣਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਜੀ, ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਜੀ। ਤਾਂ ਲੋਕ ਸਭਾ ਦਾ ਜਿਹੜਾ ਕਾਰਜਕਾਲ ਹੈ ਉਹ 5 ਸਾਲਾਂ ਦਾ ਹੁੰਦਾ ਹੈ। ਇਹਨਾਂ ਨੂੰ 5 ਸਾਲਾਂ ਦੇ ਲਈ ਜਿਹੜਾ ਚੁਣਿਆ ਜਾਂਦਾ ਹੈ, 5 ਸਾਲਾਂ ਬਾਅਦ ਦੁਬਾਰਾ ਇਲੈਕਸ਼ਨ ਹੁੰਦੀਆਂ ਨੇ ਤਾਂ ਫਿਰ ਤੋਂ ਦੁਬਾਰਾ ਜਿਹੜਾ ਹੈ ਫਿਰ ਇਹਨਾਂ ਨੂੰ ਚੁਣਿਆ ਜਾਂਦਾ ਹੈ। ਨੈਕਸਟ ਹੈ ਜੀ, ਲੋਕ ਸਭਾ ਦੇ ਵਿੱਚ ਅਨੁਸੂਚਿਤ ਜਾਤੀਆਂ ਦੇ ਲਈ ਕਿੰਨੇ ਸਥਾਨ ਰਾਖਵੇਂ ਹੈਗੇ ਨੇ। ਤਾਂ ਅਨੁਸੂਚਿਤ ਜਾਤੀਆਂ ਦੇ ਲਈ ਜਿਹੜਾ ਹੈ 84 ਸਥਾਨ ਜਿਹੜੇ ਆ ਉਹ ਰਾਖਵੇਂ ਹੈਗੇ ਨੇ ਅਤੇ ਇਹ ਸਥਾਨ ਜਿਹੜੇ ਰਾਖਵੇਂ ਕੀਤੇ ਨੇ ਇਹ 2009 ਦੇ ਵਿੱਚ ਕੀਤੇ ਨੇ। ਠੀਕ ਹੈ, ਇਹ ਵੀ ਧਿਆਨ ਰੱਖ ਲਿਓ, 2009 ਦੇ ਵਿੱਚ ਰਾਖਵੇਂ ਕੀਤੇ ਨੇਗੇ। ਅਤੇ ਇਸ ਤੋਂ ਇਲਾਵਾ ਜਿਹੜੀਆਂ ST ਕਾਸਟ ਨੇ ਉਹਨਾਂ ਦੇ ਲਈ ਜਿਹੜਾ ਹੈ 41 ਸਥਾਨ ਜਿਹੜੇ ਹੈਗੇ ਆ 41 ਸਥਾਨ ਜਿਹੜੇ ਆ ਉਹ ਰਾਖਵੇਂ ਰੱਖੇ ਗਏ ਹੈਗੇ ਨੇ। ਅਨੁਸੂਚਿਤ ਜਾਤੀਆਂ ਸ਼ਡਿਊਲ ਕਾਸਟ ਜਿਹੜੀਆਂ ਨੇ ਉਹਨਾਂ ਦੇ ਲਈ 84 ਹੈਗੇ ਨੇ ਜਿਹੜੇ ਕਿ 2009 ਦੇ ਵਿੱਚ ਹੀ ਨੇ ਅਤੇ 41 ਜਿਹੜੇ ਹੈਗੇ ਨੇ ਉਹ ST ਸ਼ਡਿਊਲ ਟਰਾਈਬਸ ਦੇ ਲਈ ਜਿਹੜੇ ਰਾਖਵੇਂ ਰੱਖੇ ਹੈਗੇ ਨੇਗੇ। ਨੈਕਸਟ ਹੈ ਜੀ, ਸੰਸਦ ਦੀ ਵਿਵਸਥਾ ਕਿਹੜੇ ਆਰਟੀਕਲ ਦੇ ਵਿੱਚ ਕੀਤੀ ਗਈ ਹੈ। ਮੀਨਜ਼ ਕਿ ਭਾਰਤ ਦੀ ਜਿਹੜੀ ਪਾਰਲੀਮੈਂਟ ਹੈ ਜਿਹਦੇ ਵਿੱਚ ਲੋਕ ਸਭਾ ਰਾਜ ਸਭਾ ਦੋਨੋਂ ਹੈਗੇ ਨੇਗੇ, ਇਸ ਸੰਸਦ ਦੀ ਜਿਹੜੀ ਵਿਵਸਥਾ ਹੈ ਉਹ ਭਾਰਤੀ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਵਰਣਿਤ ਮਿਲਦੀ ਹੈ। ਤਾਂ ਆਰਟੀਕਲ 79 ਦੇ ਵਿੱਚ ਜਿਹੜਾ ਹੈ ਭਾਰਤ ਦੀ ਸੰਸਦ ਦੀ ਵਿਵਸਥਾ ਕੀਤੀ ਗਈ ਹੈ ਕਿ ਭਾਰਤ ਦੀ ਇੱਕ ਪਾਰਲੀਮੈਂਟ ਹੋਵੇਗੀ ਜਿਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੋਨੋਂ ਹੋਣਗੇ। ਨੈਕਸਟ ਹੈ, ਲੋਕ ਸਭਾ ਦੀ ਵਿਵਸਥਾ ਕਿਹੜੇ ਆਰਟੀਕਲ ਦੇ ਵਿੱਚ ਕੀਤੀ ਗਈ ਹੈ। ਤਾਂ ਲੋਕ ਸਭਾ ਦੀ ਵਿਵਸਥਾ ਜਿਹੜੀ ਆਰਟੀਕਲ 81 ਦੇ ਵਿੱਚ ਕੀਤੀ ਗਈ ਹੈਗੀ। ਠੀਕ ਹੈ, ਸੰਸਦ 879 ਦੇ ਵਿੱਚ ਹੈ, ਲੋਕ ਸਭਾ 81 ਦੇ ਵਿੱਚ ਹੈ। ਅਤੇ ਭਾਰਤੀ ਸੰਸਦ ਜਿਹੜੀ ਹੈ ਉਹ ਕਿੰਨੇ ਸਦਨੀ ਹੈ, ਯਾਨੀ ਕਿ ਕਿੰਨੇ ਸਦਨੀ ਬਣਾਈ ਜਾਂਦੀ ਹੈਗੀ ਆ। ਤਾਂ ਭਾਰਤੀ ਸੰਸਦ ਦੇ ਵਿੱਚ ਜਿਹੜਾ ਹੈ 2 ਸਦਨ ਨੇਗੇ ਜਿਹਨੂੰ ਬਾਇਕੈਮਰੀਕਲ ਕਿਹਾ ਜਾਂਦਾ ਹੈ। ਠੀਕ ਹੈ, ਪਾਰਲੀਮੈਂਟ ਜਿਹੜੀ ਹੈ ਉਹ 2 ਸਦਨੀ ਹੈਗੀ ਆ ਜਿਹਦੇ ਵਿੱਚ ਇੱਕ ਤਾਂ ਲੋਕ ਸਭਾ ਹੁੰਦੀ ਹੈਗੀ। ਠੀਕ ਹੈ, ਇੱਕ ਦੂਸਰੀ ਹੁੰਦੀ ਹੈ ਰਾਜ ਸਭਾ, ਇਸੇ ਦੇ ਆਧਾਰ ਦੇ ਉੱਪਰ ਹੀ ਭਾਰਤ ਦੀ ਪਾਰਲੀਮੈਂਟ ਜਾਂ ਸੰਸਦ ਨੂੰ 2 ਸਦਨੀ ਕਿਹਾ ਜਾਂਦਾ ਹੈ ਕਿਉਂਕਿ 2 ਸਦਨ ਨੇ, ਇੱਕ ਹੇਠਲਾ ਸਦਨ ਹੈ, ਦੂਸਰਾ ਉੱਪਰਲਾ ਸਦਨ ਹੈ। ਨੈਕਸਟ ਹੈ, ਲੋਕ ਸਭਾ ਕਿਸ ਦੀ ਪ੍ਰਤੀਨਿਧਤਾ ਕਰਦਾ ਹੈ। ਤਾਂ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਉਹ ਲੋਕਾਂ ਦੁਆਰਾ ਚੁਣੇ ਜਾਂਦੇ ਨੇ। ਤਾਂ ਇਹਦਾ ਮਤਲਬ ਕੀ ਹੈ ਕਿ ਉਹ ਲੋਕਾਂ ਦੀ ਪ੍ਰਤੀਨਿਧਤਾ ਜਿਹੜੀ ਹੈ ਉਸ ਨੂੰ ਕਰਦੇ ਹੈਗੇ ਆ, ਲੋਕਾਂ ਦੀ ਪ੍ਰਤੀਨਿਧਤਾ ਨੂੰ। ਠੀਕ ਹੈ, ਯਾਨੀ ਕਿ ਲੋਕਾਂ ਨੂੰ ਪ੍ਰੈਜ਼ੈਂਟ ਕਰਦੇ, ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਲੈ ਕੇ ਜਾਂਦੇ ਆ, ਫਿਰ ਉਹਨਾਂ ਦਾ ਸੋਲੂਸ਼ਨ ਜਿਹੜਾ ਹੈ ਉਹ ਵਾਪਸ ਲੈ ਕੇ ਆਉਂਦੇ ਉੱਥੋਂ ਤੱਕ। ਨੈਕਸਟ ਹੈ, ਲੋਕ ਸਭਾ ਦੇ ਵਿੱਚ ਸਭ ਤੋਂ ਵੱਧ ਸੀਟਾਂ ਕਿੱਥੇ ਨੇ ਜਾਂ ਕਿਹੜੇ ਰਾਜ ਦੀਆਂ ਨੇ। ਸੋ ਇੱਕ ਚੀਜ਼ ਧਿਆਨ 'ਚ ਰੱਖਿਓ ਕਿ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਹੁੰਦੀਆਂ ਨੇ ਇਹਨੂੰ ਨਿਰਧਾਰਿਤ ਕਰਨ ਦੇ ਲਈ ਪਾਪੂਲੇਸ਼ਨ ਦਾ ਜਿਹੜਾ ਕ੍ਰਾਈਟੀਰੀਆ ਉਹ ਰੱਖਿਆ ਜਾਂਦਾ ਹੈ। ਜਿਹੜੇ ਰਾਜ ਦੀ ਸਭ ਤੋਂ ਵੱਧ ਪਾਪੂਲੇਸ਼ਨ ਹੋਵੇਗੀ ਉਹਦੇ ਜ਼ਿਆਦਾ ਮੈਂਬਰ ਹੋਣਗੇ, ਜਿਹੜੇ ਰਾਜ ਦੀ ਪਾਪੂਲੇਸ਼ਨ ਘੱਟ ਹੋਵੇਗੀ ਉਹਦੀ ਜਿਹੜੀ ਲੋਕ ਸਭਾ ਦੇ ਮੈਂਬਰਾਂ ਦੀ ਗਿਣਤੀ ਹੈ ਉਹ ਵੀ ਘੱਟ ਹੋਵੇਗੀ। ਓਕੇ, ਤਾਂ ਇਸੇ ਤਰੀਕੇ ਨਾਲ ਅਸੀਂ ਗੱਲ ਕਰਾਂਗੇ ਕਿ ਜਿਹੜੀ ਸਭ ਤੋਂ ਵੱਧ ਪਾਪੂਲੇਸ਼ਨ ਹੈ ਉਹ UP ਦੀ ਹੈ, ਉੱਤਰ ਪ੍ਰਦੇਸ਼ ਦੀ ਹੈ। ਇਸੇ ਹੀ ਤਰੀਕੇ ਦੇ ਨਾਲ ਇਸੇ ਦੀ ਹੀ ਸਭ ਤੋਂ ਵੱਧ ਮੈਂਬਰ ਬਣਦੇ ਨੇ। ਕਿੰਨੇ ਮੈਂਬਰ ਨੇ ਜੀ, 80 ਮੈਂਬਰ ਇਕੱਲੇ UP ਦੇ ਵਿੱਚੋਂ 550 ਦੇ ਵਿੱਚੋਂ। ਨੈਕਸਟ ਹੈ ਜੀ 71 ਨੰਬਰ ਕੁਐਸਚਨ, ਲੋਕ ਸਭਾ ਦੇ ਵਿੱਚ ਸਭ ਤੋਂ ਘੱਟ ਸੀਟਾਂ ਕਿਹੜੇ ਰਾਜ ਦੀਆਂ ਨੇ। ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਤਾਂ ਲੋਕ ਸਭਾ ਦੇ ਵਿੱਚ 3 ਅਜਿਹੇ ਰਾਜ ਨੇ ਜਿਨ੍ਹਾਂ ਦੀ ਜਨਸੰਖਿਆ ਬਹੁਤ ਘੱਟ ਹੈ, ਜਿਹਦੇ ਵਿੱਚ ਸਿੱਕਮ, ਨਾਗਾਲੈਂਡ ਤੇ ਮਿਜ਼ੋਰਮ, ਇਹ 3 ਰਾਜ ਇਹੋ ਜਿਹੇ ਨੇ ਜਿਨ੍ਹਾਂ ਦੀ ਜਨਸੰਖਿਆ ਬਹੁਤ ਘੱਟ ਹੈਗੀ ਆ। ਇਸ ਕਰਕੇ ਇਹਨਾਂ ਦੇ ਜਿਹੜੇ ਮੈਂਬਰ ਨੇ ਲੋਕ ਸਭਾ ਦੇ ਵਿੱਚ ਉਹ ਇੱਕ ਹੈ, ਤਿੰਨਾਂ ਦਾ ਹੀ, ਸਿੱਕਮ ਦਾ ਵੀ ਇੱਕ ਹੈ, ਨਾਗਾਲੈਂਡ ਦਾ ਵੀ ਇੱਕ ਹੈ ਤੇ ਮਿਜ਼ੋਰਮ ਦਾ ਵੀ ਇੱਕ ਮੈਂਬਰ ਜਿਹੜਾ ਲੋਕ ਸਭਾ ਦੇ ਵਿੱਚ ਚੁਣਿਆ ਜਾਂਦਾ ਹੈ। ਨੈਕਸਟ ਹੈ, ਪੰਜਾਬ ਰਾਜ ਦੀਆਂ ਲੋਕ ਸਭਾ ਦੇ ਵਿੱਚ ਕਿੰਨੀਆਂ ਸੀਟਾਂ ਨੇ। ਇਹ ਤੁਹਾਨੂੰ ਪੱਕਾ ਪਤਾ ਹੋਣਾ ਚਾਹੀਦਾ ਨੇ ਕਿਉਂਕਿ ਇਹ ਤੁਹਾਡੇ ਪੰਜਾਬ ਦਾ ਟੈਸਟ ਆ ਤੇ ਪੰਜਾਬ ਬਾਰੇ ਪੁੱਛਿਆ ਨਾ ਜਾਵੇ ਇਹ ਹੋ ਨਹੀਂ ਸਕਦਾ। ਤਾਂ ਪੰਜਾਬ ਦੀਆਂ 13 ਸੀਟਾਂ ਨੇ ਜਿਹੜੀਆਂ ਉਹ ਲੋਕ ਸਭਾ ਦੇ ਵਿੱਚ ਨੇਗੀਆਂ, ਯਾਨੀ ਕਿ ਪੰਜਾਬ ਤੋਂ 13 ਮੈਂਬਰ ਜਿਹੜੇ ਆ ਲੋਕ ਸਭਾ ਦੇ ਵਿੱਚ ਉਹ ਚੁਣੇ ਜਾਂਦੇ ਹੈਗੇ ਨੇ। ਤਾਂ ਤੁਹਾਡੇ ਗਵਾਂਢੀ ਰਾਜ ਬਾਰੇ ਵੀ ਪੁੱਛਿਆ ਜਾ ਸਕਦਾ ਹੈ ਜਿਹੜਾ ਕਿ ਸਾਡਾ ਹੀ ਹਿੱਸਾ ਰਿਹਾ ਸੀ, ਉਹ ਹੈ ਹਰਿਆਣਾ ਰਾਜ। ਤਾਂ ਹਰਿਆਣਾ ਰਾਜ ਦੀਆਂ ਲੋਕ ਸਭਾ ਦੇ ਵਿੱਚ ਸੀਟਾਂ ਕਿੰਨੀਆਂ ਸੀ ਜੀ, 10 ਸੀਟਾਂ ਜਿਹੜੀਆਂ ਉਹ ਹਰਿਆਣੇ ਰਾਜ ਦੀਆਂ ਨੇਗੀਆਂ। ਨੈਕਸਟ ਹੈ ਜੀ, ਪੱਛਮੀ ਬੰਗਾਲ ਦੀਆਂ ਲੋਕ ਸਭਾ ਦੇ ਵਿੱਚ ਕਿੰਨੀਆਂ ਸੀਟਾਂ ਨੇ। ਤਾਂ ਪੱਛਮੀ ਬੰਗਾਲ ਦੀਆਂ ਜਿਹੜੀਆਂ ਸੀਟਾਂ ਨੇ ਉਹ ਵੀ ਤੁਸੀਂ ਯਾਦ ਰੱਖੀਆਂ ਨੇ। ਤਾਂ 42 ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਪੱਛਮੀ ਬੰਗਾਲ ਦੇ ਵਿੱਚੋਂ ਲਈਆਂ ਜਾਂਦੀਆਂ ਜੀ ਲੋਕ ਸਭਾ ਦੇ ਵਿੱਚ। ਠੀਕ ਹੈ, ਸਭ ਤੋਂ ਘੱਟ ਤੇ ਸਭ ਤੋਂ ਵੱਧ ਤੇ ਪੰਜਾਬ ਤੇ ਹਰਿਆਣਾ ਇਹਨਾਂ ਦੀਆਂ ਤੁਹਾਨੂੰ ਖਾਸ ਤੌਰ ਤੇ ਪਤਾ ਹੋਣੀਆਂ ਚਾਹੀਦੀਆਂ, ਬਾਕੀ ਚੱਲ ਵੀ ਜਾਊਗਾ।
क्योंकि इन्हां चों ज़्यादातर पुछदे हुंदे ने। ओके, नैक्सट है किहड़े केंद्र शासित प्रदेश यानी यूनीਅन टैरेटरी प्रदेश दीआं सब तो वध सीटां ने, किहड़े केंद्र शासित प्रदेश दीआं सब तो वध सीटां ने, ਤਾਂ ਦਿੱਲੀ ਦੇ ਵਿੱਚ ਹੈ, ਦਿੱਲੀ ਦੀਆਂ 7 ਸੀਟਾਂ ਨੇ, ਕਿਉਂਕਿ ਦਿੱਲੀ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਬਹੁਤ ਜ਼ਿਆਦਾ ਹੈ, ਇਸੇ ਕਰਕੇ ਹੀ ਜਿਹੜੀਆਂ ਉਹਦੀਆਂ ਸੀਟਾਂ ਵੀ ਇਸ ਦੇ ਵਿੱਚ ਵੱਧ ਹੈਗੀਆਂ ਨੇਗੀਆਂ। ਨੈਕਸਟ ਹੈ ਜੀ 76 ਨੰਬਰ, ਲੋਕ ਸਭਾ ਦੇ ਮੈਂਬਰ ਕਿੰਨੇ ਦਿਨ ਸਦਨ ਦੇ ਵਿੱਚ ਲਗਾਤਾਰ ਗੈਰ ਹਾਜ਼ਰ ਰਹਿਣ ਤੋਂ ਬਾਅਦ ਮੈਂਬਰੀ ਤੋਂ ਵਾਚਿਤ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਲੋਕ ਸਭਾ ਦਾ ਮੈਂਬਰ ਬਣ ਚੁੱਕਿਆ ਹੈ, ਫਿਰ ਉਹ ਸਦਨ ਦੀਆਂ ਬੈਠਕਾਂ ਦੇ ਵਿੱਚ ਨਹੀਂ ਜਾ ਰਿਹਾ, ਤਾਂ ਉਹ ਕਿੰਨੇ ਦਿਨ ਜੇਕਰ ਗੈਰ ਹਾਜ਼ਰ ਰਹਿੰਦਾ ਹੈ ਲਗਾਤਾਰ, ਠੀਕ ਹੈ, ਕੰਟੀਨਿਊ ਗੈਰ ਹਾਜ਼ਰ ਰਹਿੰਦਾ ਹੈ, ਤਾਂ ਉਸ ਨੂੰ ਮੈਂਬਰੀ ਤੋਂ ਵਾਂਚਿਤ ਵੀ ਕੀਤਾ ਜਾ ਸਕਦਾ ਹੈ। ਤਾਂ ਇਹ ਦਿਨ ਯਾਦ ਰੱਖਣਾ, ਇਹ ਦਿਨ ਹੈਗੇ ਜੀ 60। ਜੇਕਰ ਕੋਈ ਲੋਕ ਸਭਾ ਦਾ ਮੈਂਬਰ 60 ਦਿਨਾਂ ਤੱਕ ਜੇਕਰ ਸਦਨ ਦੀਆਂ ਬੈਠਕਾਂ ਦੇ ਵਿੱਚ ਨਹੀਂ ਜਾਂਦਾ, ਰੈਗੂਲਰ ਨਹੀਂ ਜਾਂਦਾ, ਗੈਰ ਹਾਜ਼ਰ ਰਹਿੰਦਾ ਹੈ, ਤਾਂ ਉਸ ਨੂੰ 60ਵੇਂ ਦਿਨ ਜਿਹੜਾ ਹੈ ਮੈਂਬਰੀ ਤੋਂ ਵਾਂਚਿਤ ਕਰ ਦਿੱਤਾ ਜਾਊਗਾ। ਨੈਕਸਟ ਹੈ ਜੀ ਲੋਕ ਸਭਾ ਦੇ ਮੈਂਬਰ ਅਪਰਾਧੀ ਹੋਣ ਦੀ ਹਾਲਤ ਦੇ ਵਿੱਚ ਕਿੰਨੇ ਸਾਲਾਂ ਤੱਕ ਚੋਣ ਨਹੀਂ ਲੜ ਸਕਦੇ। ਸੋ ਜੇਕਰ ਕੋਈ ਲੋਕ ਸਭਾ ਦਾ ਮੈਂਬਰ ਅਪਰਾਧੀ ਘੋਸ਼ਿਤ ਪਾਇਆ ਜਾਂਦਾ ਹੈ ਤਾਂ ਉਹ ਕਿੰਨੇ ਸਮੇਂ ਤੱਕ, ਅਗਲੇ ਸਮੇਂ ਤੱਕ ਚੋਣ ਨਹੀਂ ਲੜ ਸਕਦਾ। ਤਾਂ ਉਹਦੇ ਲਈ ਸਮਾਂ ਨਿਰਧਾਰਿਤ ਕੀਤਾ ਹੈ ਕਿ ਉਹ 6 ਸਾਲਾਂ ਤੱਕ ਚੋਣ ਨਹੀਂ ਲੜ ਸਕਦਾ, ਅਗਲੇ 6 ਸਾਲਾਂ ਤੱਕ, ਉਸ ਤੋਂ ਬਾਅਦ ਲੜ ਸਕਦਾ ਹੈ। ਨੈਕਸਟ ਹੈ ਲੋਕ ਸਭਾ ਦੇ ਮੈਂਬਰਾਂ ਨੂੰ ਦੋਹਰੀ ਮੈਂਬਰਸ਼ਿਪ ਕਿੰਨੇ ਦਿਨਾਂ ਦੇ ਵਿੱਚ ਤਿਆਗਣੀ ਪੈਂਦੀ ਹੈ। ਸੋ ਲੋਕ ਸਭਾ ਦੇ ਮੈਂਬਰ ਜੇਕਰ ਪਹਿਲਾਂ ਕਿਸੇ ਹੋਰ ਸਦਨ ਦੇ ਮੈਂਬਰ ਹੈਗੇ ਨੇ, ਕਿਸੇ ਹੋਰ ਵਿਵਸਥਾ ਦੇ ਵਿੱਚ ਹੈਗੇ ਨੇ, ਤਾਂ ਉਸ ਨੂੰ ਤਿਆਗਣਾ ਪਊਗਾ, ਫਿਰ ਲੋਕ ਸਭਾ ਦਾ ਮੈਂਬਰ ਬਣ ਸਕਦੇ ਨੇ। ਇਸੇ ਚੀਜ਼ ਨੂੰ ਹੀ ਦੋ ਮੈਂਬਰੀ ਦੋਹਰੀ ਮੈਂਬਰਸ਼ਿਪ ਕਹਿੰਦੇ ਨੇ, ਮਤਲਬ ਕਿ ਦੋ ਚੀਜ਼ਾਂ ਦੇ ਵਿੱਚ, ਚਾਹੇ ਇੱਕ ਰਾਜ ਵਿਧਾਨ ਦਾ ਲੱਭ ਲਓ ਅਤੇ ਦੂਸਰਾ ਲੋਕ ਸਭਾ ਦਾ, ਠੀਕ ਹੈ। ਤਾਂ ਉਸ ਦੇ ਲਈ ਕੀ ਹੈ 15 ਦਿਨਾਂ ਦਾ ਸਮਾਂ ਹੈ। ਜੇਕਰ ਕੋਈ ਲੋਕ ਸਭਾ ਦਾ ਮੈਂਬਰ ਜਿੱਤ ਜਾਂਦਾ ਹੈ ਲੋਕ ਸਭਾ ਦੀਆਂ ਸੀਟਾਂ ਦੇ ਵਿੱਚੋਂ, ਅਤੇ ਪਿੱਛੇ ਉਹ ਰਾਜ ਵਿਧਾਨ ਸਭਾ ਦਾ ਮੈਂਬਰ ਵੀ ਰਿਹਾ ਹੈਗਾ ਗਾ, ਉਹਦਾ ਮੈਂਬਰ ਵੀ ਹੈ ਵਰਤਮਾਨ ਸਮੇਂ, ਠੀਕ ਹੈ, ਤਾਂ ਉਸ ਨੂੰ ਜੇਕਰ ਲੋਕ ਸਭਾ ਦਾ ਵਿੱਚੋਂ ਜਿੱਤ ਪ੍ਰਾਪਤ ਹੋ ਜਾਂਦੀ ਹੈ ਤਾਂ ਉਸ ਨੂੰ 15 ਦਿਨਾਂ ਦੇ ਅੰਦਰ ਅੰਦਰ ਰਾਜ ਵਿਧਾਨ ਸਭਾ ਦੇ ਮੈਂਬਰਾਂ ਤੋਂ ਮੈਂਬਰੀ ਤੋਂ ਜਿਹੜਾ ਹੈ ਤਿਆਗ ਪੱਤਰ ਦੇਣਾ ਪਊਗਾ। ਜੇ ਅਜਿਹਾ ਨਹੀਂ ਕਰੂਗਾ ਤਾਂ ਫਿਰ ਉਸ ਨੂੰ ਜਿਹੜਾ ਹੈ ਲੋਕ ਸਭਾ ਦੀ ਮੈਂਬਰੀ ਤੋਂ ਵਾਂਚਿਤ ਕਰ ਦਿੱਤਾ ਜਾਊਗਾ। ਤਾਂ ਦੋਨਾਂ ਦੇ ਵਿੱਚੋਂ ਇੱਕ ਆਉਂਦਾ ਰੱਖਿਆ ਜਾਊਗਾ, ਇਸੇ ਕਾਰਨ ਕਰਕੇ ਦੋਹਰੀ ਮੈਂਬਰਸ਼ਿਪ ਤੋਂ ਜਿਹੜਾ ਹੈ ਤਿਆਗ ਪੱਤਰ ਦੇਣਾ ਪੈਂਦਾ ਹੈ, ਮੀਨਸ ਕਿ ਇੱਕ ਆਉਂਦਾ ਛੱਡਣਾ ਹੀ ਪਊਗਾ। ਤਾਂ ਉਹਦੇ ਲਈ ਇੱਕ ਸਮਾਂ ਹੈ, ਉਹ ਹੈ 15 ਦਿਨਾਂ ਦਾ। ਜੇ 15 ਦਿਨ 'ਚ ਅਜਿਹਾ ਕਰ ਲੈਂਦਾ ਹੈ ਤਾਂ ਉਹ ਕੰਟੀਨਿਊ ਰਹੂਗਾ, ਨਹੀਂ ਉਹਨੂੰ ਲੋਕ ਸਭਾ ਦੇ ਵਿੱਚੋਂ ਖਤਮ ਕਰ ਦਿੱਤਾ ਜਾਊਗਾ। ਨੈਕਸਟ ਹੈ ਲੋਕ ਸਭਾ ਦਾ ਕਾਰਜਕਾਲ ਕਿੰਨੇ ਸਮੇਂ ਦਾ ਹੁੰਦਾ ਹੈ। ਤਾਂ ਲੋਕ ਸਭਾ ਦਾ ਜਿਹੜਾ ਕਾਰਜਕਾਲ ਹੈ ਉਹ 5 ਸਾਲਾਂ ਦਾ ਹੁੰਦਾ ਹੈ। ਸੋ 5 ਸਾਲਾਂ ਦੇ ਲਈ ਇਸ ਨੂੰ ਚੁਣਿਆ ਜਾਂਦਾ ਹੈਗਾ ਗਾ, ਠੀਕ ਹੈ। ਨੈਕਸਟ ਹੈ ਜੀ ਸੰਕਟਕਾਲੀਨ ਘੋਸ਼ਣਾ, ਆਰਟੀਕਲ 352 ਦੇ ਅਧੀਨ ਲੋਕ ਸਭਾ ਦਾ ਕਾਰਜਕਾਲ ਕਿੰਨੇ ਸਮੇਂ ਲਈ ਵਧਾਇਆ ਜਾ ਸਕਦਾ ਹੈ। ਆਪਾਂ ਗੱਲ ਕੀਤੀ ਹੈ ਕਿ ਕਾਰਜਕਾਲ ਜਿਹੜਾ ਹੈ ਉਹ 5 ਸਾਲਾਂ ਦਾ ਹੋਊਗਾ, ਓਕੇ। ਪਰ ਇਹ ਚੀਜ਼ ਵੀ ਧਿਆਨ ਰੱਖਣੀ ਹੈ ਕਿ ਜਦੋਂ ਐਮਰਜੈਂਸੀ ਲੱਗਦੀ ਹੈ, ਜਿਹੜੀ ਕਿ ਐਕਸਟਰਨਲ ਸਮੇਂ ਲੱਗਦੀ ਹੈ, ਐਕਸਟਰਨਲ ਕੋਈ ਜੇ ਮੁਸੀਬਤ ਆ ਜਾਂਦੀ ਹੈ ਸਾਡੇ ਉੱਪਰ, ਤਾਂ ਉਸ ਸਮੇਂ ਰਾਸ਼ਟਰਪਤੀ ਰਾਜ ਜਿਹੜਾ ਲਾਗੂ ਹੁੰਦਾ ਹੈ, ਜਿਹੜਾ ਕਿ ਆਰਟੀਕਲ 352 ਦੇ ਅਧੀਨ ਹੁੰਦਾ ਹੈ। ਤਾਂ ਇਸ ਸਮੇਂ ਜਿਹੜਾ ਲੋਕ ਸਭਾ ਦਾ ਕਾਰਜਕਾਲ ਹੈ ਉਹ ਕਿੰਨੇ ਸਮੇਂ ਲਈ ਵਧਾਇਆ ਜਾ ਸਕਦਾ ਹੈ 6 ਮਹੀਨਿਆਂ ਲਈ। ਇਕੱਠਾ ਨਹੀਂ ਵਧਾਇਆ ਜਾ ਸਕਦਾ ਕਿ 5 ਸਾਲ ਹੋਰ ਵਧਾ ਦਿਓ ਚੱਲੀ ਜਾਊਗਾ, ਨਹੀਂ, ਸਿਰਫ 6 ਮਹੀਨੇ। 6 ਮਹੀਨਿਆਂ ਬਾਅਦ ਦੁਬਾਰਾ ਤੋਂ ਇਲੈਕਸ਼ਨ ਹੋਣਗੀਆਂ, ਠੀਕ ਹੈ। ਜੇਕਰ 6 ਮਹੀਨਿਆਂ ਦੇ ਅੰਦਰ ਜਿਹੜਾ ਹੈ ਕੋਈ ਐਕਸਟਰਨਲ ਜਿਹੜਾ ਖਤਰਾ ਨਹੀਂ ਟਲਿਆ, ਰਾਸ਼ਟਰਪਤੀ ਰਾਜ ਨਹੀਂ ਖਤਮ ਹੋਇਆ, ਤਾਂ ਫਿਰ ਅਗਲੇ 6 ਮਹੀਨੇ ਲਈ ਦੁਬਾਰਾ ਤੋਂ ਲਾਗੂ ਕਰ ਦਿੱਤਾ ਜਾਊਗਾ। ਇਹਦੇ ਵਿੱਚ ਇਹ ਕ੍ਰਾਈਟੇਰੀਆ ਹੁੰਦਾ ਹੈ, ਓਕੇ। ਨੈਕਸਟ ਕੁਐਸਚਨ ਹੈ ਨੋਟਾ ਬਟਨ ਕਦੋਂ ਲਾਗੂ ਕੀਤਾ ਗਿਆ। ਨਨ ਆਫ ਦੀਸ, ਠੀਕ ਹੈ, ਜਿਹੜਾ ਕਹਿ ਸਕਦੇ ਆਪਾਂ ਵੀ ਸਾਨੂੰ ਕੋਈ ਵੀ ਇਹਨਾਂ ਦੇ ਵਿੱਚੋਂ ਮੈਂਬਰ ਜਿਹੜਾ ਹੈ ਉਹ ਪਸੰਦ ਨਹੀਂ ਹੈਗਾ ਗਾ, ਸੋ ਉਹ ਨੋਟਾ ਬਟਨ ਕਿਹਾ ਹੁੰਦਾ ਹੈਗਾ ਗਾ, ਠੀਕ ਹੈ। ਸੋ ਇਸ ਨੂੰ ਸਾਡੀ ਜਿਹੜੀ ਵੋਟਿੰਗ ਮਸ਼ੀਨ ਹੈ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਹੈ, ਉਹਦੇ ਵਿੱਚ ਕਦੋਂ ਸ਼ਾਮਲ ਕੀਤਾ ਗਿਆ ਹੈ। ਤਾਂ 27 ਸਤੰਬਰ 2013 ਨੂੰ ਜਿਹੜਾ ਹੈ ਸੁਪਰੀਮ ਕੋਰਟ ਦੇ ਦੁਆਰਾ ਇਸ ਬਟਨ ਨੂੰ ਸ਼ਾਮਲ ਕੀਤਾ ਗਿਆ ਸੀ, ਕਿਉਂਕਿ ਬਹੁਤ ਸਾਰੇ ਭਾਰਤੀ ਇਹੋ ਜਿਹੇ ਸੀ ਜਿਹੜੇ ਕਿ ਕਿਸੇ ਵੀ ਨੇਤਾ ਨੂੰ ਪਸੰਦ ਨਹੀਂ ਕਰਦੇ ਸੀ, ਉਹਨਾਂ ਦੇ ਲਈ ਇਸ ਦੀ ਵਿਵਸਥਾ ਕੀਤੀ ਗਈ ਸੀਗੀ, ਉਹਨਾਂ ਦੇ ਲਈ ਇਸ ਦੀ ਵਿਵਸਥਾ ਕੀਤੀ ਗਈ ਸੀ ਨੋਟਾ ਬਟਨ ਦੀ, ਕਿ ਅਸੀਂ ਕਿਸੇ ਵੀ ਰਾਜਨੀਤਿਕ ਲੀਡਰ ਨੂੰ ਪਸੰਦ ਨਹੀਂ ਕਰਦੇ। 27 ਸਤੰਬਰ 2013 ਨੂੰ। ਨੈਕਸਟ ਹੈ ਈਵੀਐਮ ਮਸ਼ੀਨਾਂ ਦੀ ਵਰਤੋਂ ਸਭ ਤੋਂ ਪਹਿਲਾਂ ਕਿਹੜੇ ਰਾਜ ਦੇ ਵਿੱਚ ਕੀਤੀ ਗਈ ਸੀ। ਸੋ ਈਵੀਐਮ ਮਸ਼ੀਨਾਂ ਦੀ ਫੁੱਲ ਫਾਰਮ ਹੈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ, ਇਸ ਨੂੰ ਕਿਹਾ ਜਾਂਦਾ ਹੈਗਾ ਗਾ, ਅਤੇ ਸਭ ਤੋਂ ਪਹਿਲਾਂ ਕੇਰਲਾ ਰਾਜ ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ। ਕੇਰਲਾ ਦੇ ਵਿੱਚ ਇਹ 1982 ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ, ਫਿਰ ਇਸ ਤੋਂ ਬਾਅਦ ਗੋਆ ਦੇ ਵਿੱਚ ਆਈ ਸੀਗੀ, ਓਕੇ। ਪਹਿਲਾਂ ਇਹ ਕੇਰਲਾ ਦੇ ਵਿੱਚ ਸੀ 1982 ਦੇ ਵਿੱਚ, ਫਿਰ ਬਾਅਦ ਦੇ ਵਿੱਚ ਗੋਆ ਦੇ ਵਿੱਚ ਲਿਆਂਦੀ ਗਈ ਸੀਗੀ ਦੂਸਰੇ ਸਥਾਨ 'ਤੇ। ਨੈਕਸਟ ਹੈ ਜੀ ਪਹਿਲੀ ਲੋਕ ਸਭਾ ਚੋਣਾਂ ਕਦੋਂ ਹੋਈਆਂ ਸੀ। ਸੋ ਪਹਿਲੀਆਂ ਲੋਕ ਸਭਾ ਚੋਣਾਂ ਜਿਹੜੀਆਂ ਸੀ ਉਹ 13 ਮਈ 1952 ਨੂੰ ਹੋਈਆਂ ਸੀਗੀਆਂ, ਅਤੇ 1957 ਤੱਕ ਜਿਹੜੀਆਂ ਚੱਲੀਆਂ ਸੀਗੀਆਂ, ਠੀਕ ਹੈ। ਪਹਿਲੀ ਲੋਕ ਸਭਾ ਦਾ ਪ੍ਰਧਾਨ ਸੀ ਜਿਹੜਾ ਉਹ PM ਸੀਗਾ ਜੀ, ਜਿਸ ਦਾ ਨਾਮ ਸੀ ਪੰਡਿਤ ਜਵਾਹਰ ਲਾਲ ਨਹਿਰੂ, ਉਹ ਪਹਿਲੇ ਪ੍ਰਧਾਨ ਮੰਤਰੀ ਸੀਗੇ, ਅਤੇ ਰਾਸ਼ਟਰਪਤੀ ਪਹਿਲੇ ਡਾਕਟਰ ਰਾਜਿੰਦਰ ਪ੍ਰਸਾਦ ਦੇ ਰਹੇ ਸੀਗੇ।
ਨੈਕਸਟ ਕੁਐਸਚਨ ਹੈ ਵਰਤਮਾਨ ਸਮੇਂ ਕਿੰਨਵੀਆਂ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ। ਇਹ ਬਹੁਤ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਪਹਿਲੀ ਤਾਂ ਸਾਨੂੰ ਹੋ ਸਕਦਾ ਹੈ ਕਿ ਪਤਾ ਹੋਵੇ, ਕਿਉਂਕਿ ਸਾਨੂੰ ਯਾਦ ਜਾ ਹੈ ਕਿ ਇੰਨੇ 'ਚ ਯਾਦ ਹੋਇਆ ਸੀ, ਇੰਨੇ 'ਚ ਇਲੈਕਸ਼ਨਸ ਹੋਈਆਂ ਸੀ, ਬਟ ਵਰਤਮਾਨ ਸਮੇਂ ਵਾਲਾ ਸਾਨੂੰ ਬਹੁਤ ਬਹੁਤ ਘੱਟ ਪਤਾ ਹੁੰਦਾ ਹੈ। ਤਾਂ ਵਰਤਮਾਨ ਸਮੇਂ ਜਿਹੜੀ ਲੋਕ ਸਭਾ ਚੱਲ ਰਹੀ ਹੈ, ਜਿਹਦਾ ਪ੍ਰਧਾਨ ਨਰਿੰਦਰ ਮੋਦੀ ਹੈ, ਠੀਕ ਹੈ, ਤਾਂ ਉਹ ਚੋਣਾਂ ਜਿਹੜੀਆਂ ਹੈਗੀਆਂ ਨੇ, ਜਾਂ ਉਹ ਲੋਕ ਸਭਾ ਜਿਹੜੀ ਆ 17ਵੀਂ ਲੋਕ ਸਭਾ ਹੈਗੀ ਓਕੇ। ਤਾਂ 17ਵੀਂ ਲੋਕ ਸਭਾ ਜਿਹੜੀ ਆ ਉਹ ਵਰਤਮਾਨ ਸਮੇਂ ਚੱਲ ਰਹੀ ਹੈਗੀ। 17ਵੀਆਂ ਲੋਕ ਸਭਾ ਚੋਣਾਂ ਕਦੋਂ ਹੋਈਆਂ, ਮੀਨਜ਼ ਕਿ ਇਹ ਜਿਹੜੀ ਸਰਕਾਰ ਹੈ ਇਹ ਕਦੋਂ ਚੁਣੀ ਗਈ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਤਾਂ ਇਹ ਕਦੋਂ ਸ਼ੁਰੂ ਹੋਈਆਂ ਸੀ ਜੀ, 24 ਮਈ 2019 ਨੂੰ ਹੋਈਆਂ ਸੀਗੀਆਂ। ਇਸ ਕਰਕੇ ਇਹ ਹੁਣ 2024 ਤੱਕ ਚੱਲਣੀਆਂ, ਕਿਉਂਕਿ ਕਾਰਜਕਾਲ ਕਿੰਨਾ ਹੁੰਦਾ ਹੈ, 5 ਸਾਲਾਂ ਦਾ। ਤਾਂ ਹੁਣ ਅਗਲੀਆਂ ਚੋਣਾਂ 2024 ਦੇ ਵਿੱਚ ਹੋਣਗੀਆਂ। ਨੈਕਸਟ ਕੁਐਸਚਨ ਹੈ 86 ਨੰਬਰ, 2024 ਦੇ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਚੋਣਾਂ ਹੋਣਗੀਆਂ। ਲਓ ਇਹ ਬਹੁਤ ਬਹੁਤ ਇੰਪੋਰਟੈਂਟ ਹੈ, ਕਿਉਂਕਿ ਪਿਛਲੀਆਂ ਵੀ ਸਾਨੂੰ ਪਤਾ ਹੋ ਸਕਦੀਆਂ, ਪ੍ਰੈਜ਼ੈਂਟ ਵੀ ਪਤਾ, ਕਈ ਵਾਰ ਅਸੀਂ ਅਗਲੀਆਂ ਨਹੀਂ ਯਾਦ ਕਰਦੇ ਕਿ ਅਗਲੀਆਂ ਕਿੰਨੀਆਂ ਹੋਣਗੀਆਂ। ਤਾਂ ਅਗਲੀਆਂ ਚੋਣਾਂ ਜਿਹੜੀਆਂ ਇਹ ਨੇ ਉਹ 18ਵੀਆਂ ਹੋਣਗੀਆਂ, ਠੀਕ ਹੈ, ਕਿਉਂਕਿ 17ਵੀਂ ਤਾਂ ਚੱਲ ਰਹੀ ਹੈ ਵਰਤਮਾਨ ਸਮੇਂ, 2019 ਦੇ ਵਿੱਚ ਬਣੀ ਹੈ, ਬਟ 18ਵੀਂ ਜਿਹੜੀ ਹੈ ਅਗਲੀ ਹੋਊਗੀ 2024 ਦੇ ਵਿੱਚ। ਨੈਕਸਟ ਕੁਐਸਚਨ ਹੈ ਲੋਕ ਸਭਾ ਦਾ ਸਮਾਗਮ ਸਾਲ ਦੇ ਵਿੱਚ ਕਿੰਨੇ ਵਾਰ ਹੋਣਾ ਜ਼ਰੂਰੀ ਹੈ। ਤਾਂ ਲੋਕ ਸਭਾ ਦਾ ਜਿਹੜਾ ਸਮਾਗਮ ਹੈ, ਬੈਠਕ ਹੈ ਜਿਹੜੀ, ਉਹ 2 ਵਾਰ ਹੋਣੀ ਜ਼ਰੂਰੀ ਹੈਗੀ ਆ ਸਾਲ ਦੇ ਵਿੱਚ। ਸਾਲ ਦੇ ਵਿੱਚ 2 ਵਾਰ ਜ਼ਰੂਰੀ ਹੈ, ਅਤੇ ਹਰੇਕ ਬੈਠਕ ਦੇ ਵਿੱਚ 6-6 ਮਹੀਨਿਆਂ ਦਾ ਫਰਕ ਹੋਣਾ ਜ਼ਰੂਰੀ ਹੈਗਾ। ਯਾਨੀ ਕਿ ਇੱਕ ਬੈਠਕ 6 ਮਹੀਨਿਆਂ ਬਾਅਦ, ਫਿਰ ਦੂਸਰੀ ਫਿਰ 6 ਮਹੀਨਿਆਂ ਬਾਅਦ, ਅਤੇ ਸਾਲ ਦੇ ਵਿੱਚ 2 ਬੈਠਕਾਂ ਜਿਹੜੀਆਂ, ਸੈਸ਼ਨ ਜਿਹੜੇ ਆ, ਸਮਾਗਮ ਆ ਜਿਹੜੇ, ਉਹ ਜ਼ਰੂਰੀ ਹੁੰਦੇ ਨੇ। ਲੋਕ ਸਭਾ ਦਾ ਵਿਸ਼ੇਸ਼ ਸਮਾਗਮ ਕੌਣ ਬੁਲਾਉਂਦਾ ਹੈ। ਸੋ ਵੈਸੇ ਤਾਂ ਸਧਾਰਨ ਚੱਲਦੇ ਰਹਿੰਦੇ ਨੇ, ਬਟ ਕਈ ਵਾਰ ਕੋਈ ਅਜਿਹੀ ਮੁਸੀਬਤ ਜਾਂ ਇਸ ਤਰ੍ਹਾਂ ਦਾ ਕੋਈ ਫੰਕਸ਼ਨ ਹੁੰਦਾ ਹੈ ਜਿਹਦੇ ਦੌਰਾਨ ਕੋਈ ਵਿਸ਼ੇਸ਼ ਸਮਾਗਮ ਬੁਲਾਇਆ ਜਾਂਦਾ ਹੈ ਲੋਕ ਸਭਾ ਦਾ, ਤਾਂ ਇਹ ਰਾਈਟ ਹੈਗਾ ਜੀ ਸਾਡੇ ਪ੍ਰੈਜ਼ੀਡੈਂਟ ਕੋਲੇ, ਰਾਸ਼ਟਰਪਤੀ ਕੋਲੇ, ਠੀਕ ਹੈ। ਸੋ ਰਾਸ਼ਟਰਪਤੀ ਵਰਤਮਾਨ ਸਮੇਂ ਕੌਣ ਹੈ ਜੀ, ਰਾਮਨਾਥ ਕੋਵਿੰਦ, ਅਤੇ ਪਹਿਲਾ ਰਾਸ਼ਟਰਪਤੀ ਕੌਣ ਸੀਗਾ ਜੀ, ਡਾਕਟਰ ਰਾਜਿੰਦਰ ਪ੍ਰਸਾਦ। ਇਹ ਵੀ ਯਾਦ ਰੱਖਣਾ ਹੈ, ਠੀਕ ਹੈ। ਔਰ ਇਹ ਰਾਸ਼ਟਰਪਤੀ ਜਿਹੜਾ ਹੁੰਦਾ ਹੈ ਵਿਸ਼ੇਸ਼ ਸਮਾਗਮ ਬੁਲਾਉਂਦਾ ਹੈ, ਅਤੇ ਲੋਕ ਸਭਾ ਦੇ ਵਿੱਚ ਇਸ ਦੀਆਂ ਐਗਜ਼ੈਂਪਲਾਂ ਮਿਲਦੀਆਂ ਨੇ, 2 ਵਾਰ ਅਜਿਹਾ ਹੋਇਆ ਹੈ, ਠੀਕ ਹੈ, ਜੋ ਕਿ ਅਗਲੇ ਕੁਐਸਚਨ ਦੇ ਵਿੱਚ ਤੁਹਾਨੂੰ ਦੱਸਦਾ ਹਾਂ। ਰਾਸ਼ਟਰਪਤੀ ਦੁਆਰਾ ਲੋਕ ਸਭਾ ਦਾ ਵਿਸ਼ੇਸ਼ ਸਮਾਗਮ ਕਦੋਂ ਬੁਲਾਇਆ ਗਿਆ ਸੀਗਾ, ਠੀਕ ਹੈ, ਇਹ ਵਿਸ਼ੇਸ਼ ਸਮਾਗਮ ਹੈ। ਸੋ ਇਹ ਬੁਲਾਇਆ ਗਿਆ ਸੀਗਾ ਜੀ 2 ਵਾਰ। ਪਹਿਲੀ ਵਾਰ 27 ਜਨਵਰੀ 2000 ਨੂੰ ਬੁਲਾਇਆ ਗਿਆ ਸੀ, ਜਦੋਂ ਸੰਵਿਧਾਨ ਦੀ ਸਵਰਨ ਜਯੰਤੀ ਮਨਾਈ ਗਈ ਸੀਗੀ, ਉਸ ਸਮੇਂ ਵਿਸ਼ੇਸ਼ ਸਮਾਗਮ ਬੁਲਾਇਆ ਗਿਆ ਸੀਗਾ ਲੋਕ ਸਭਾ ਦਾ। ਫਿਰ ਦੂਸਰੀ ਵਾਰ 21 ਮਈ 2012 ਨੂੰ ਬੁਲਾਇਆ ਗਿਆ ਸੀ, ਜਦੋਂ ਕਿ ਸੰਸਦ ਦੇ 60 ਵਰ੍ਹੇ ਪੂਰੇ ਹੋ ਗਏ ਸੀ। ਉਸ ਨੂੰ ਸੈਲੀਬ੍ਰੇਟ ਕਰਨ ਦੇ ਲਈ ਜਿਹੜਾ ਹੈ ਇਹ ਵਿਸ਼ੇਸ਼ ਸਮਾਗਮ ਲੋਕ ਸਭਾ ਦਾ ਬੁਲਾਇਆ ਗਿਆ ਸੀ। ਨੈਕਸਟ ਕੁਐਸਚਨ ਹੈ ਲੋਕ ਸਭਾ ਦੀਆਂ ਬੈਠਕਾਂ ਦੇ ਲਈ ਕੋਰਮ ਕਿੰਨਾ ਹੋਣਾ ਚਾਹੀਦਾ ਹੈ। ਕੋਰਮ ਦਾ ਮਤਲਬ ਹੈ ਕਿ ਜਦੋਂ ਬੈਠਕਾਂ ਹੋਣਗੀਆਂ ਨੇਗੀਆਂ ਤਾਂ ਉਹਦੇ ਵਿੱਚ ਕਿੰਨੇ ਮੈਂਬਰ ਹੋਣੇ ਜ਼ਰੂਰੀ ਨੇਗੇ। ਤਾਂ ਇਹਦਾ ਇੱਕੋ ਜਿਹਾ ਸਿੰਪਲ ਜਿਹਾ ਅਰਥ ਹੁੰਦਾ ਹੈ ਕਿ 1/10 ਮੈਂਬਰ ਹੋਣੇ ਜ਼ਰੂਰੀ ਹੈਗੇ ਨੇਗੇ ਲੋਕ ਸਭਾ ਦੀਆਂ ਬੈਠਕਾਂ ਦੇ ਲਈ, ਠੀਕ ਹੈ। ਇਹ ਬੈਠਕਾਂ ਦੇ ਲਈ ਹੈ। ਇੱਕ ਚੀਜ਼ ਹੋਰ ਹੁੰਦੀ ਹੈ, ਉਹ ਹੁੰਦੀ ਹੈ 2/3। ਤੁਹਾਨੂੰ ਯਾਦ ਹੋਊਗਾ ਕਿ ਇਹ ਵੀ ਚੀਜ਼ ਹੈ, ਕਿਉਂਕਿ ਇਹ ਵੀ ਤੁਹਾਨੂੰ ਆਉਂਦਾ ਹੁੰਦਾ ਹੈ। ਅਤੇ ਇਹ ਹੁੰਦਾ ਹੈ ਕਿ ਜਦੋਂ ਕੋਈ ਬਿੱਲ ਪਾਸ ਕਰਨਾ ਹੈ, ਕੋਈ ਕਾਨੂੰਨ ਬਣਾਉਣਾ ਹੈ, ਉਦੋਂ ਇੰਨਾ ਬਹੁਮਤ ਮਿਲਣਾ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। 1/10 ਬੈਠਕਾਂ ਦੇ ਲਈ ਹੈ ਕਿ ਜੇਕਰ ਇੰਨੇ ਬੰਦੇ ਹੋਣਗੇ, ਯਾਨੀ ਕਿ 1/10 ਮੈਂਬਰ ਹੋਣਗੇ, ਤਦ ਹੀ ਜਿਹੜੀ ਬੈਠਕ ਉਹ ਸ਼ੁਰੂ ਕੀਤੀ ਜਾ ਸਕਦੀ ਹੈਗੀ ਹੈ। ਪਰ ਜੇਕਰ ਕੋਈ ਕਾਨੂੰਨ ਬਣਾਉਣਾ ਹੈ ਅਤੇ ਉਹਨੂੰ ਲਾਗੂ ਕਰਾਉਣਾ ਹੈ, ਪਾਸ ਕਰਾਉਣਾ ਹੈ, ਫਿਰ ਉਹਦੇ ਲਈ ਕਿੰਨਾ ਚਾਹੀਦਾ ਹੈ ਜੀ, 2/3 ਬਹੁਮਤ ਚਾਹੀਦਾ ਹੈ, ਠੀਕ ਹੈ, ਕਿ ਇੰਨੇ ਮੈਂਬਰਾਂ ਦੇ ਸਾਈਨ ਹੋਣੇ ਜ਼ਰੂਰੀ ਹੈਗੇ ਨੇ। ਨੈਕਸਟ ਹੈ ਜੀ 91 ਨੰਬਰ, ਲੋਕ ਸਭਾ ਦੀਆਂ ਬੈਠਕਾਂ ਕੌਣ ਬੁਲਾਉਂਦਾ ਹੈ, ਠੀਕ ਹੈ। ਲੋਕ ਸਭਾ ਦੀਆਂ ਜਿਹੜੀਆਂ ਬੈਠਕਾਂ ਨੇ ਉਹ ਕੌਣ, ਕਿਸ ਦੇ ਦੁਆਰਾ ਬੁਲਾਈ ਜਾਂਦੀਆਂ ਨੇ, ਤਾਂ ਉਹ ਲੋਕ ਸਭਾ ਦੇ ਸਪੀਕਰ ਦੇ ਦੁਆਰਾ ਬੁਲਾਈਆਂ ਜਾਂਦੀਆਂ ਨੇਗੀਆਂ। ਲੋਕ ਸਭਾ ਦੀਆਂ ਬੈਠਕਾਂ ਕਦੋਂ ਬੁਲਾਈਆਂ ਜਾਣਗੀਆਂ, ਕਿਵੇਂ ਬੁਲਾਈਆਂ ਜਾਣਗੀਆਂ, ਠੀਕ ਹੈ, ਕੀ ਰੀਜਨ ਹੈ, ਇਹ ਸਾਰਾ ਕੁਝ ਨਿਰਧਾਰਿਤ ਕਰੇਗਾ ਸਪੀਕਰ ਹੀ। ਨੈਕਸਟ ਹੈ 92 ਨੰਬਰ, ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ। ਤਾਂ ਲੋਕ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਵੀ ਸਪੀਕਰ ਕਰਦਾ ਹੈ। ਬੈਠਕਾਂ ਨੂੰ ਬੁਲਾਉਣ ਦਾ ਕੰਮ ਵੀ ਸਪੀਕਰ ਦਾ ਹੈ, ਉਹਦੀ ਪ੍ਰਧਾਨਗੀ ਦਾ ਕੰਮ ਵੀ ਜਿਹੜਾ ਉਹ ਸਪੀਕਰ ਦਾ ਹੀ ਹੈਗਾ। ਨੈਕਸਟ ਹੈ ਜੀ, ਇਹ ਕੌਣ ਨਿਰਧਾਰਿਤ ਕਰਦਾ ਹੈ ਕਿ ਕਿਹੜਾ ਬਿੱਲ ਧਨ ਬਿੱਲ ਹੋਵੇਗਾ ਅਤੇ ਕਿਹੜਾ ਬਿੱਲ ਸਧਾਰਨ ਬਿੱਲ ਹੋਵੇਗਾ। ਸੋ ਇਹ ਸਮਕ ਸ਼ਕਤੀ ਵੀ ਜਿਹੜੀ ਹੈ ਉਹ ਲੋਕ ਸਭਾ ਦੇ ਸਪੀਕਰ ਕੋਲ ਹੀ ਹੈ, ਉਹੀ ਨਿਰਧਾਰਿਤ ਕਰੇਗਾ ਕਿ ਕਿਹੜਾ ਬਿੱਲ ਧਨ ਬਿੱਲ ਹੈ ਅਤੇ ਕਿਹੜਾ ਬਿੱਲ ਸਧਾਰਨ ਬਿੱਲ ਹੈ, ਠੀਕ ਹੈ। ਇੱਕ ਚੀਜ਼ ਧਨ ਬਿੱਲ ਬਾਰੇ ਯਾਦ ਰੱਖ ਲੈਣਾ ਕਿ ਧਨ ਬਿੱਲ ਜਿਹੜਾ ਹੈ ਉਹ ਸਿਰਫ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ, ਅਤੇ ਸਧਾਰਨ ਬਿੱਲ ਦੋਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਨੈਕਸਟ ਹੈ ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ ਜੀ। ਤਾਂ ਲੋਕ ਸਭਾ ਦਾ ਪਹਿਲਾ ਸਪੀਕਰ ਸੀਗਾ ਜੀ GB ਮਬਾਲਕਰ। GB ਮਬਾਲਕਰ ਸੀ ਜਿਹੜਾ ਉਹ ਲੋਕ ਸਭਾ ਦਾ ਸਭ ਤੋਂ ਪਹਿਲਾ ਸਪੀਕਰ ਸੀ, ਪਹਿਲੀ ਲੋਕ ਸਭਾ ਦਾ ਪਹਿਲਾ ਸਪੀਕਰ GB ਮਬਾਲਕਰ। ਨੈਕਸਟ ਕੁਐਸਚਨ ਹੈ ਵਰਤਮਾਨ ਸਮੇਂ ਲੋਕ ਸਭਾ ਦਾ ਸਪੀਕਰ ਕੌਣ ਹੈ ਜੀ। ਤਾਂ ਵਰਤਮਾਨ ਸਮੇਂ ਲੋਕ ਸਭਾ ਦਾ ਸਪੀਕਰ ਹੈ ਜੀ ਓਮ ਬਿਰਲਾ, ਜਿਹੜਾ ਕਿ 17ਵਾਂ ਸਪੀਕਰ ਹੈ, ਠੀਕ ਹੈ ਜੀ। ਸੋ ਕਿਹੜਾ ਸਪੀਕਰ ਹੈ ਜੀ, 17ਵਾਂ, ਜਿਹਦਾ ਨਾਮ ਹੈ ਓਮ ਬਿਰਲਾ, ਅਤੇ ਪਹਿਲਾ ਸੀਗਾ GB ਮਬਾਲਕਰ। ਪਹਿਲਾ ਅਤੇ ਵਰਤਮਾਨ ਸਮੇਂ ਵਾਲਾ ਤੇ ਇੱਕ ਲੇਡੀਜ਼, ਉਹ ਜ਼ਰੂਰ ਯਾਦ ਕਰ ਲਿਆ ਕਰੋ ਇਹਨਾਂ ਰੈਂਕਸ ਦੇ ਵਿੱਚੋਂ।
ਨੈਕਸਟ ਹੈ ਜੀ 96 ਨੰਬਰ, ਪਹਿਲੀ ਔਰਤ ਜਿਹੜੀ ਲੋਕ ਸਭਾ ਦੀ ਸਪੀਕਰ ਬਣੀ, ਸੋ ਇਹ ਸੀਗੀ ਜੀ ਮੀਰਾ ਕੁਮਾਰੀ। ਠੀਕ ਹੈ, ਮੀਰਾ ਕੁਮਾਰੀ ਲੋਕ ਸਭਾ ਦੀ ਪਹਿਲੀ ਸਪੀਕਰ ਸੀ। ਇਹ ਵੀ ਯਾਦ ਰੱਖਣਾ ਕਿ ਲੋਕ ਸਭਾ ਦੇ ਵਿੱਚ ਪਹਿਲੀ ਸਪੀਕਰ ਜਿਹੜੀ ਐਸਸੀ ਕਾਸਟ ਤੋਂ ਬਿਲੋਂਗ ਕਰਦੀ ਸੀ ਉਹ ਵੀ ਮੀਰਾ ਕੁਮਾਰੀ ਹੀ ਹੈਗੀ, ਯਾਨੀ ਕਿ ਪਹਿਲਾ ਐਸਸੀ ਵਿਅਕਤੀ ਜਿਹੜਾ ਸਪੀਕਰ ਬਣਿਆ ਉਹ ਵੀ ਮੀਰਾ ਕੁਮਾਰੀ ਹੈ। ਤਾਂ ਦੂਸਰੀ ਲੇਡੀ ਜੀ ਪੁੱਛ ਲਿਆ ਜਾਵੇ ਤਾਂ ਸੁਸ਼ਮਤਾ ਸਵਰਾਜ ਜਿਹੜੀ ਹੈ ਉਹ ਦੂਸਰੀ ਸਪੀਕਰ ਬਣੀ ਸੀਗੀ। ਸੁਸ਼ਮਤਾ ਸਵਰਾਜ, ਸੁਸ਼ਮਤਾ ਸੈਨ ਨਹੀਂ ਹੈ, ਸਵਰਾਜ ਹੈ, ਇਹਦੇ ਵਿੱਚ ਯਾਦ ਰੱਖਣਾ। ਸੇਨ ਜਿਹੜੀ ਉਹ ਐਕਟਰ ਹੈ, ਠੀਕ ਹੈ, ਔਰ ਇਹ ਜਿਹੜੀ ਹੈ ਲੀਡਰ ਹੈ। ਸੁਸ਼ਮਤਾ ਸਵਰਾਜ ਜਿਹੜੀ ਹੈ ਉਹ ਦੂਸਰੀ ਜਿਹੜੀ ਹੈ ਸਪੀਕਰ ਬਣੀ ਸੀਗੀ। ਨੈਕਸਟ ਹੈ ਰਾਜ ਸੂਚੀ ਦੇ ਵਿੱਚ ਕਿੰਨੇ ਵਿਸ਼ੇ ਸ਼ਾਮਲ ਹੁੰਦੇ ਹੈਗੇ ਨੇ, ਤਾਂ ਰਾਜ ਸੂਚੀ ਦੇ ਵਿੱਚ ਵਰਤਮਾਨ ਸਮੇਂ 61 ਵਿਸ਼ੇ ਹੈਗੇ ਨੇਗੇ। ਓਕੇ, ਔਰ ਰਾਜ ਸੂਚੀ ਦਾ ਮਤਲਬ ਹੈ ਕਿ ਇਹਨਾਂ ਰਾਜ ਸੂਚੀਆਂ ਦੇ ਵਿੱਚ ਜਿਹੜੇ 61 ਵਿਸ਼ੇ ਨੇ ਇਹਨਾਂ ਦੇ ਉੱਪਰ ਕਾਨੂੰਨ ਬਣਾਉਣ ਦੀ ਸ਼ਕਤੀ ਹੈਗੀ ਆ ਸਟੇਟ ਕੋਲੇ, ਰਾਜ ਕੋਲੇ। ਰਾਜ ਇਹਨਾਂ ਦੇ ਉੱਪਰ ਕਾਨੂੰਨ ਬਣਾ ਸਕਦਾ ਹੈ ਜਿਹੜੇ ਕਿ 61 ਵਿਸ਼ੇ ਹੈਗੇ ਨੇ। ਨੈਕਸਟ ਕੁਐਸਚਨ ਹੈ ਜੀ ਸਮਵਰਤੀ ਸੂਚੀ ਦੇ ਵਿੱਚ ਕਿੰਨੇ ਵਿਸ਼ੇ ਸ਼ਾਮਲ ਹੁੰਦੇ ਹੈਗੇ ਨੇ, ਸੋ ਸਮਵਰਤੀ ਸੂਚੀ ਦੇ ਵਿੱਚ 47 ਵਿਸ਼ੇ ਜਿਹੜੇ ਪ੍ਰੈਜ਼ੈਂਟ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੈਗੇ ਨੇ। ਅਤੇ ਸਮਵਰਤੀ ਸੂਚੀ ਦਾ ਮਤਲਬ ਪਤਾ ਕੀ ਹੁੰਦਾ ਹੈ ਕਿ ਜਿਹਦੇ ਉੱਪਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੋਨੋਂ ਮਿਲ ਕੇ ਕਾਨੂੰਨ ਬਣਾ ਸਕਦੀਆਂ ਨੇ। ਧਿਆਨ ਰੱਖਿਓ ਰਾਜ ਸੂਚੀ ਦੇ ਵਿੱਚ ਰਾਜ ਦੇ ਵਿੱਚ ਜਿਹੜੇ ਕਹਿੰਦੇ ਆ ਰਾਜ ਜਿਹੜਾ ਕਾਨੂੰਨ ਬਣਾ ਸਕਦਾ ਹੈ, ਤੇ ਇੱਕ ਸੂਚੀ ਹੁੰਦੀ ਹੈ ਦੂਸਰੀ ਜਿਹਨੂੰ ਆਪਾਂ ਕਹਿੰਦੇ ਹਾਂ ਯੂਨੀਅਨ ਲਿਸਟ, ਠੀਕ ਹੈ, ਜਾਂ ਕੇਂਦਰੀ ਸੂਚੀ, ਜੋ ਆਪਾਂ ਪਹਿਲਾਂ ਵਾਲੀ PDF ਦੇ ਵਿੱਚ ਕਰੀ ਹੋਈ ਸੀ, ਇਸ ਕਰਕੇ ਮੈਂ ਦੁਬਾਰਾ ਐਡ ਨਹੀਂ ਕੀਤਾ। ਠੀਕ ਹੈ, ਹੋ ਸਕਦਾ ਅੱਗੇ ਹੋਵੇ ਵੀ, ਬਟ ਵੈਸੇ ਮੈਂ ਐਡ ਨਹੀਂ ਕੀਤਾ ਸੀਗਾ ਸ਼ਾਇਦ। ਤਾਂ ਉਹ ਹੁੰਦਾ ਜਿਹਦੇ ਵਿੱਚ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਹੈ, ਜਿਹੜੀ ਕਿ ਕੇਂਦਰੀ ਸੂਚੀ ਜਾਂ ਯੂਨੀਅਨ ਲਿਸਟ ਦੇ ਅਧੀਨ ਆਉਂਦੀ ਹੈ, ਉਹਦੇ ਉੱਪਰ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਹੈ। ਰਾਜ ਸੂਚੀ ਦੇ ਵਿੱਚ ਸਟੇਟ ਜਿਹੜੀ ਹੈ ਉਹ ਕਾਨੂੰਨ ਬਣਾਉਂਦੀ ਹੈ। ਸਮਵਰਤੀ ਸੂਚੀ ਦੇ ਵਿੱਚ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੋਨੋਂ ਮਿਲ ਕੇ ਜਿਹੜੀ ਹੈ ਕਾਨੂੰਨ ਬਣਾਉਂਦੀ ਹੈ। ਨੈਕਸਟ ਹੈ ਸਮਵਰਤੀ ਸੂਚੀ ਦੇ ਉੱਪਰ ਕਾਨੂੰਨ ਕੌਣ ਬਣਾਉਂਦਾ ਹੈ, ਹੁਣੇ ਦੱਸਿਆ ਹੈ ਕੇਂਦਰ ਸਰਕਾਰ ਤੇ ਰਾਜ ਸਰਕਾਰ ਮਿਲ ਕੇ ਬਣਾਉਂਦੀ ਹੈਗੀ ਆ। ਠੀਕ ਹੈ, ਪਰ ਇੱਕ ਚੀਜ਼ ਧਿਆਨ ਰੱਖਣਾ ਕਿ ਇਹਦੇ ਵਿੱਚ ਜ਼ਿਆਦਾ ਸ਼ਕਤੀ ਜਿਹੜੀ ਆ ਉਹ ਕੇਂਦਰ ਸਰਕਾਰ ਕੋਲ ਹੀ ਹੁੰਦੀ ਹੈਗੀ ਆ। ਠੀਕ ਹੈ, ਜੇਕਰ ਕੇਂਦਰ ਸਰਕਾਰ ਨੂੰ ਕੋਈ ਬਿੱਲ ਨਹੀਂ ਪਸੰਦ ਆਉਂਦਾ ਤਾਂ ਉਹ ਖਾਰਜ ਵੀ ਕਰ ਸਕਦੀ ਹੈ, ਅਤੇ ਰਾਜ ਸਰਕਾਰ ਦੇ ਕਿਸੇ ਬਿੱਲ ਨੂੰ ਉਹ ਆਪਣੇ ਤਰੀਕੇ ਨਾਲ ਵੀ ਬਣਾ ਸਕਦੀ ਹੈ। ਜ਼ਰੂਰੀ ਨਹੀਂ ਹੈ ਕਿ ਰਾਜ ਸਰਕਾਰ ਨੂੰ ਜ਼ਿਆਦਾ ਸ਼ਕਤੀਆਂ ਹੋਣਗੀਆਂ। ਓਕੇ, ਨੈਕਸਟ ਔਰ ਲਾਸਟ ਕੁਐਸਚਨ ਹੈ ਸੰਘ ਸੂਚੀ ਦੇ ਵਿਸ਼ਿਆਂ ਉੱਪਰ ਕਾਨੂੰਨ ਬਣਾਉਣ ਕੌਣ ਬਣਾਉਂਦਾ ਹੈ, ਤਾਂ ਸੰਘ ਸੂਚੀ ਦੇ ਉੱਪਰ ਕੇਂਦਰ ਸਰਕਾਰ ਜਿਹੜੀ ਹੈ ਉਹ ਕਾਨੂੰਨ ਬਣਾਉਂਦੀ ਹੈਗੀ ਆ। ਓਕੇ, ਸੋ ਇਹ ਸੀ ਸਾਡੇ ਅੱਜ ਦੇ MCQ। ਸੋ ਉਮੀਦ ਕਰਦਾ ਕਿ ਸਾਰਿਆਂ ਦੇ ਲਈ ਹੈਲਪਫੁਲ ਰਹੇ ਹੋਣਗੇ, ਸਭ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਊਗਾ। ਸੋ ਇਸੇ ਤਰੀਕੇ ਨਾਲ ਆਪਾਂ ਸੈਸ਼ਨ ਜਿਹੜਾ ਉਹ ਕੰਟੀਨਿਊ ਰੱਖਾਂਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।